पद पंकज बंदन, पद पंकज बंदन। सिमरो अंगद दुख निकंदन। अमरदास गुर हृदय त्यावा, गुर हृदय त्यावा। श्री गुरु रामदास गुण गावा। श्री अर्जन विघ्नन के नाशक, विघ्नन के नाशक। हरि गोबिंद शुभ सुमत प्रकाशक। श्री हरि राय नमो कर जोरी, नमो कर जोरी। गुरु हर कृष्ण मनाए भहोरी। तेग बहादुर परम कृपाला, परम कृपाला। श्री गुरु गोबिंद सिंह विशाला। तरा तरा पर पुन पुन सीसा, पुन पुन सीसा। बंदो बार बार जगदीशा। जिसमें अमृत ज्ञान है, मानक भगत वैराग। गुरु ग्रंथ साहिब ओदद, बंदाओं कर अनुराग। श्री गुर शब्द कमाए जिन, जीते पंच विकार। तिन संतन को बंदना, सिर चरणन पर तार। एक अंकारा सतगुरु, तिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम वाहिगुरु साहिब जी। चौपई हृदय रहियो अधिक हर खाई। सब हिनके सुध जाए सुनाई। श्री नानक जिनकी शुभ बाता, करत हुतो कब कब मिलताता। हृदय रहियो अधिक हर खाई। परम सन्मान जोग गुरु प्यारी, गुरु सवारी, सतगुरां दी साजी नवाजी। गुरु खालसा साध संगत जी। ਆਪਾਂ ਵਡਭਾਗੇ ਹਾਂ ਜੋ ਕਿ ਮਹਾਨ ਜਰਨੈਲ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨਾਂ ਵਿਖੇ ਸ਼ਾਮਾਂ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰਦੇ ਹਾਂ। ਸਤਿਗੁਰਾਂ ਨੇ ਕਿਰਪਾ ਕੀਤੀ, ਗੁਰ ਇਤਿਹਾਸ ਦੀ ਕਥਾ ਵਾਰਤਾ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ। ਸੋ ਆਓ ਕਥਾ ਵਾਰਤਾ ਤੋਂ ਪਹਿਲੇ ਗੁਰ ਫਤਿਹ ਅੰਦਰ ਸਾਂਝ ਪਾਈਏ। ਸੋ ਜਿੱਥੋਂ ਤੱਕ ਵੀ ਆਵਾਜ਼ ਦਾਸ ਦੀ ਸ਼ਰਵਣ ਹੁੰਦੀ ਹੈ, ਸੋ ਆਓ ਭਾਈ ਗੁਰੂ ਕੇ ਸਿੱਖ ਮਾਈ ਭਾਈ ਜਿਤਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਨੇ,
आओ आके सतगुरु नानक देव जी आदि निरंजन है गुरु नानक, धार के मूरत है जग आयो। वाहिगुरु गुरु नानक साहिब, धार के मूरत है जग आयो। ऐसे अकाल पुरख दे सरगुण ਸਰੂਪ ਗੁਰੂ ਨਾਨਕ ਦੇਵ ਜੋ ਜਗਤ ਨੂੰ ਤਾਰਨ ਵਾਸਤੇ ਸੰਸਾਰ ਵਿੱਚ ਵਿਆਪਕ ਹੋਏ, ਐਸੇ ਸਤਿਗੁਰਾਂ ਦੀ ਮਹਿਮਾ ਸਰਵਣ ਕਰੀਏ। ਆਓ ਪਹਿਲੇ ਗੁਰ ਫਤਿਹ ਅੰਦਰ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦਾ ਜੋ ਆਪਾਂ ਇਤਿਹਾਸ ਪਿਛਲੇ ਦੀਵਾਨਾਂ ਅੰਦਰ ਸੁਣਿਆ ਕਿ ਦੀਨ ਦੁਨੀਆ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੋ ਮਦਰਾਸ ਦੇ ਇਲਾਕਿਆਂ ਵੱਲ ਵਿਚਰਨ ਕਰਦੇ ਹੋਏ ਫਿਰ ਇੱਕ ਪਹਾੜੀ 'ਤੇ ਸਤਿਗੁਰੂ ਆਏ, ਜਿਸ ਦੇ ਬਾਰੇ ਜ਼ਿਕਰ ਪਿੱਛੇ ਆਇਆ ਕਿ ਉਹ ਪਹਾੜੀ ਜਿਸ ਦੇ ਹੇਠਾਂ ਬਹੁਤ ਜ਼ਿਆਦਾ ਰੁੱਖ ਸੀ, ਸੰਘਣੇ ਰੁੱਖਾਂ ਦੀਆਂ ਉੱਥੇ ਛਾਵਾਂ ਬਣੀਆਂ ਸੀ। ਇੱਕ ਰੁੱਖ ਦੇ ਹੇਠਾਂ ਸਤਿਗੁਰੂ ਬੈਠ ਗਏ ਅਤੇ ਭਾਈ ਮਰਦਾਨਾ ਜੀ ਉੱਥੋਂ ਫਿਰ ਮਿੱਠੇ ਮਿੱਠੇ ਫਲ ਤੋੜ ਕੇ ਸਤਿਗੁਰਾਂ ਦੇ ਅੱਗੇ ਪੇਸ਼ ਕੀਤੇ ਹੈ ਕਿ ਆ ਸਤਿਗੁਰੂ ਜੀ ਤੁਸੀਂ ਫਲ ਛਕੋ। ਮਹਾਰਾਜ ਨੇ ਤਾਂ ਤਕਰੀਬਨ ਥੋੜ੍ਹੇ ਜਿਹੇ ਛਕੇ, ਬਾਕੀ ਫਿਰ ਮਰਦਾਨਾ ਜੀ ਨੇ ਤੇ ਪੇਟ ਭਰ ਕੇ ਪੂਰੇ ਫਲ ਛਕੇ ਹੈ। ਔਰ ਜੇ ਮਨ ਵਿੱਚ ਹੋਰ ਲਲਚਾਏਮਾਨ ਆਈ ਤਾਂ ਫਿਰ ਹੋਰ ਆਪ ਦੇ ਪੱਲੇ ਵਿੱਚ ਤੋੜ ਕੇ ਫਲਾਂ ਨੂੰ ਬੰਨ੍ਹ ਲਿਆ ਹੈ ਅਤੇ ਸਤਿਗੁਰਾਂ ਦੇ ਕੋਲ ਬੈਠ ਗਏ। ਇੰਨੇ ਨੂੰ ਇੱਕ ਉੱਥੇ ਬਹੁਤ ਤਪੀਆ, ਜਿਹਦੇ ਅੰਗ ਪ੍ਰੰਗ ਹੱਡੀਆਂ ਉਹਦੀਆਂ ਬਾਹਰ ਦਿਸ ਰਹੀਆਂ ਨੇ, ਸਰੀਰ ਬਿਲਕੁਲ ਪਿੰਜਰ ਬਣਿਆ ਹੋਇਆ, ਕਿਉਂਕਿ ਯੋਗ ਅਭਿਆਸ ਦੁਆਰਾ ਸਾਰੇ ਤਨ ਨੂੰ ਉਹਨੇ ਸੁਕਾਇਆ ਹੈ। ਉਹ ਸਤਿਗੁਰਾਂ ਨੂੰ ਦੇਖ ਕੇ ਬੜਾ ਹੈਰਾਨ ਪਰੇਸ਼ਾਨ ਹੋ ਕੇ ਕਹਿਣ ਲੱਗਾ, ਕੌਣ ਹੋ ਤੁਸੀਂ? ਪਹਿਲੇ ਤਾਂ ਕੋਈ ਮਨੁੱਖ ਇੱਥੇ ਆਇਆ ਨਹੀਂ। ਸਾਨੂੰ ਕਰੀਬਨ ਇੱਥੇ 50-60 ਸਾਲ ਤੋਂ ਵੀ ਵੱਧ ਹੋ ਗਏ ਇੱਥੇ ਰਹਿੰਦਿਆਂ ਹੋਇਆਂ। ਸਾਡੇ ਦੇਖਦਿਆਂ ਦੇਖਦਿਆਂ ਕੋਈ ਵੀ ਮਨੁੱਖ ਇੱਥੇ ਆਉਣ ਦੀ ਸ਼ਮਤਾ ਨਹੀਂ ਰੱਖਦਾ, ਕਿਸੇ ਵਿੱਚ ਇੰਨਾ ਬਲ ਹੈ ਹੀ ਨਹੀਂ। ਫਿਰ ਤੁਸੀਂ ਕੌਣ ਹੋ, ਦੱਸੋਗੇ ਭਲਾ? ਉੱਥੇ ਇਹੋ ਜਿਹੇ ਵੀ ਸਾਧੂ ਸੀ ਜਿਨ੍ਹਾਂ ਦੀ ਉਮਰ 200-200, 300-300 ਸਾਲ, ਕਿਉਂਕਿ ਪ੍ਰਾਣਾਯਾਮ ਦੁਆਰਾ ਉਹਨਾਂ ਨੇ ਹੱਠ ਤਪ ਕਰਕੇ ਆਪ ਦੇ ਪ੍ਰਾਣ ਰੋਕੇ ਸੀ। ਅਤੇ ਉਮਰ ਤਾਂ ਤਾਂ ਹੀ ਘਟੇਗੀ ਨਾ ਜੇ ਪ੍ਰਾਣ ਜਾਣਗੇ, ਪ੍ਰਾਣ ਉਹ ਆਪ ਦੇ ਸਥਿਰ ਕਰ ਲੈਂਦੇ ਸੀ। ਅਤੇ ਕਹਿਣ ਲੱਗੇ, ਕੌਣ ਹੋ ਤੁਸੀਂ? ਹਾਲੇ ਪੁੱਛਦਾ ਹੀ ਪਿਆ ਹੈ। ਅਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਵੀ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਇੰਨਾ ਸੁਣਦਿਆਂ ਸਾਰ ਉਹ ਤੇ ਉਸੇ ਵੇਲੇ ਸਤਿਗੁਰਾਂ ਦੇ ਚਰਨਾਂ 'ਤੇ ਲਿਟ ਗਿਆ, ਲੱਗਾ ਜੋਦੜੀਆਂ ਕਰਨ, ਹੱਥ ਬੰਨ੍ਹ ਕੇ ਬੇਨਤੀਆਂ ਕਰਨ ਲੱਗਾ। ਸਤਿਗੁਰੂ ਕਹਿਣ ਲੱਗੇ, ਤੂੰ ਸਾਨੂੰ ਜਾਣਦਾ ਹੈ? ਕਹਿਣ ਲੱਗਾ, ਹਾਂਜੀ ਮਹਾਰਾਜ, ਮੈਂ ਤੁਹਾਡੇ ਸਿਰਫ ਦਰਸ਼ਨ ਨਹੀਂ ਸੀ ਕੀਤੇ, ਨਾਮ ਤੇ ਮਹਾਰਾਜ ਤੁਹਾਡਾ ਮੈਂ ਬੜੀ ਵਾਰ ਸੁਣਿਆ ਹੈ। ਸਤਿਗੁਰੂ ਕਹਿਣ ਲੱਗੇ, ਕਿਹਨਾਂ ਕੋਲੋਂ ਸੁਣਿਆ? ਕਹਿਣ ਲੱਗਾ, ਮਹਾਰਾਜ ਜਿਹੜੇ ਗੁਰੂ ਕੋਲੋਂ ਮੈਂ ਗੁਰ ਦੀਕਸ਼ਾ ਲਈ ਹੈ। ਸੋ ਮੇਰੇ ਗੁਰਦੇਵ ਆਖਦੇ ਹੁੰਦੇ ਸੀ ਵੀ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਉਣਗੇ, ਉਹ ਤਮਾਮ ਜੀਵਾਂ ਨੂੰ ਸੱਚੇ ਨਾਮ ਦੇ ਨਾਲ ਲਗਾ ਕੇ ਇਸ ਭਵਜਲ ਵਿੱਚੋਂ, ਇਹ ਮੋਹ ਮਾਇਆ ਦੇ ਬੰਧਨਾਂ ਵਿੱਚੋਂ ਛੁਡਾ ਦੇਣਗੇ। ਸੋ ਮਹਾਰਾਜ ਤੁਸੀਂ ਹੁਣ ਦੱਸ ਦਿਓ, ਤੁਸੀਂ ਉਹੋ ਹੀ ਹੋ ਨਾ? ਕਿਤੇ ਮੈਨੂੰ ਭੁਲੇਖਾ ਤਾਂ ਨਹੀਂ ਲੱਗ ਗਿਆ? ਤੁਸੀਂ ਸੱਚ ਸੱਚ ਦੱਸ ਦਿਓ ਹੁਣ। ਸਤਿਗੁਰੂ ਕਹਿਣ ਲੱਗੇ, ਹਾਂਜੀ ਅਸੀਂ ਉਹੋ ਹੀ ਹਾਂ। ਫਿਰ ਤਾਂ ਉਹਦੇ ਮਨ ਨੂੰ ਇੰਨਾ ਜ਼ਿਆਦਾ ਚੈਨ ਆਇਆ, ਆਨੰਦ ਹੀ ਬਣ ਗਿਆ। ਹੁਣ ਤਾਂ ਉਹ ਕਹਿ ਰਿਹਾ, ਮਹਾਰਾਜ ਮੈਨੂੰ ਤੁਸੀਂ ਥੋੜ੍ਹੀ ਜਿਹੀ ਆਗਿਆ ਦਿਓ। ਮੇਰੇ ਜਿਹੜੇ ਨਾਲ ਗੁਰ ਭਾਈ ਹੈ ਅਤੇ ਜਿਹੜੇ ਮੇਰੇ ਗੁਰਦੇਵ ਹੈ, ਜੋ ਕੁਟੀਆਂ ਵਿੱਚ ਆਸ਼ਰਮ ਵਿੱਚ ਬੈਠ ਕੇ ਹੱਠ ਤਪ ਕਰਦੇ ਪਏ ਹੈ, ਮੈਂ ਉਹਨਾਂ ਨੂੰ ਵੀ ਦੱਸ ਦਿਆਂ। ਉਹਨਾਂ ਨੂੰ ਦੱਸਾਂ ਜਾ ਕੇ ਵੀ ਜਿਹੜੇ ਪਰਮੇਸ਼ਵਰ ਨੂੰ ਤੁਸੀਂ ਧਿਆਨ ਦੁਆਰਾ ਲੱਭਦੇ ਫਿਰਦੇ ਹੋ, ਉਹ ਪਰਮੇਸ਼ਵਰ ਅੱਜ ਸਾਖਸ਼ਾਤ ਪ੍ਰਤੱਖ ਸਾਨੂੰ ਦਰਸ਼ਨ ਦੇਣ ਵਾਸਤੇ ਆ ਗਏ ਹੈ। ਇੱਦਾਂ ਕਹਿੰਦਾ ਹੋਇਆ ਉਹ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਜਿਵੇਂ ਜਾ ਰਿਹਾ ਹੈ ਆਪ ਦੀ ਕੁਟੀਆ ਵੱਲ, ਉਹ ਸਾਰੀ ਵਿਚਾਰ ਕਵੀ ਭਾਈ ਸੰਤੋਖ ਸਿੰਘ ਜੀ, ਮਹਾਨ ਕਵੀ ਜਿਨ੍ਹਾਂ ਨੇ ਇਹ ਕਲਮਬੰਦ ਕੀਤਾ ਹੈ, ਉਹ ਆਓ ਆਪਾਂ ਵਿਚਾਰ ਨੂੰ ਸਰਵਣ ਕਰੀਏ। ਇੱਕ ਦਫਾ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਿਰਦੇ ਰਹਿਓ ਅਧਿਕ ਹਰਖਾਈ। ਉਹ ਜਦੋਂ ਸਤਿਗੁਰੂ ਜੀ ਨੂੰ ਦੇਖਦਾ ਹੈ ਨਾ ਤੇ ਉਹਦੇ ਹਿਰਦੇ ਨੂੰ ਸ਼ਾਂਤੀ ਆ ਰਹੀ ਹੈ। ਕਈ ਵਾਰੀ ਮਨੁੱਖ ਐਵੇਂ ਕਹਿ ਦਿੰਦਾ ਹੈ ਨਾ, ਜਿਵੇਂ ਵੀ ਤੁਹਾਡੇ ਦਰਸ਼ਨ ਹੋ ਗਏ, ਅੱਜ ਤਾਂ ਹੁਣ ਦਿਨ ਸੁੱਖਾਂ ਦਾ ਲੰਘ ਗਿਆ ਹੈ। ਉਹ ਕੇਵਲ ਮੁੱਖ ਤੋਂ ਹੀ ਕਹਿੰਦੇ ਹਾਂ ਅਸੀਂ, ਭਾਵੇਂ ਬਾਅਦ ਵਿੱਚ ਕਹਿੰਦੇ ਕਿੱਥੇ ਇਹ ਬਲਾ ਸਾਡੇ ਮੱਥੇ ਲੱਗ ਗਈ ਹੈ ਸਵੇਰੇ ਸਵੇਰੇ, ਫਿਰ ਬਾਅਦ ਵਿੱਚ ਸਾਨੂੰ ਕਹਿਣਾ ਪੈ ਜਾਂਦਾ। ਪਰ ਕੇਵਲ ਮੂੰਹ ਰੱਖਣ ਵਾਸਤੇ ਅਸੀਂ ਮਨੁੱਖ ਨੂੰ ਕਈ ਤਰ੍ਹਾਂ ਦੇ ਉਹਨੂੰ ਹੱਲਾ ਸ਼ੇਰੀ, ਕਈ ਤਰ੍ਹਾਂ ਦੀ ਉਹਦੀ ਖੁਸ਼ਾਮਦੀ ਕਰਦੇ ਹਾਂ। ਕਈ ਵਾਰੀ ਕੋਈ ਪੁੱਛੇ ਕਿੱਥੇ ਰਹਿੰਦੇ ਹੋ, ਆਖੇ ਤੁਹਾਡੇ ਚਰਨਾਂ ਵਿੱਚ ਰਹਿੰਦੇ ਹਾਂ। ਇਹ ਲਫ਼ਜ਼ ਸਿਰਫ ਉਪਚਾਰਿਕ ਨੇ, ਲੋਕਾਚਾਰੀ ਹੈ। ਇਹਦੇ ਨਾਲ ਸਾਡੀ ਹਿਰਦੇ ਨਾਲ ਅੰਤਰ ਆਤਮੇ ਕੋਈ ਸੰਬੰਧ ਨਹੀਂ, ਸਿਰਫ ਲੋਕਾਚਾਰੀ ਹੈ। ਜਿਵੇਂ ਹੋਰ ਕੋਈ ਬੋਲਦੇ ਅਸੀਂ ਵੀ ਬੋਲ ਦਿੰਦੇ ਹਾਂ। ਪਰ ਜਿਹੜਾ ਹੁਣ ਇਹਨੂੰ ਜੋਗੀ ਨੂੰ ਆਨੰਦ ਆਇਆ ਹੈ, ਉਹ ਆਨੰਦ ਹੁਣ ਹਿਰਦੇ ਕਰਕੇ ਆਇਆ ਹੈ, ਲਫ਼ਜ਼ਾਂ ਕਰਕੇ ਨਹੀਂ। ਉਹ ਹੁਣ ਐਸੇ ਆਨੰਦ ਵਿੱਚ ਖੁਸ਼ ਹੋਇਆ, ਸਭ ਹਿਨ ਕਉ ਸੁਧ ਜਾਏ ਸੁਨਾਈ। ਉਹ ਭੱਜ ਕੇ ਉਸੇ ਵੇਲੇ ਆਪ ਦੀ ਜੋ ਆਸ਼ਰਮ ਕੁਟੀਆ ਵੱਲ ਨੂੰ ਗਿਆ, ਜਿੱਥੇ ਕਿ ਉਹ ਸਾਧੂ ਜਿਹੜੇ ਬਾਕੀ ਸੀ ਉਹਦੇ ਗੁਰ ਭਾਈ, ਜਿੱਥੇ ਸਮਾਧੀਆਂ ਲਗਾ ਕੇ ਕੋਈ ਪਦਮ ਆਸਣ ਵਿੱਚ ਬੈਠਾ ਹੈ, ਕੋਈ ਆਪ ਦੇ ਪ੍ਰਾਣ 10ਵੇਂ ਦੁਆਰ ਵਿੱਚ ਟਿਕਾ ਕੇ ਬੈਠਾ ਹੋਇਆ ਹੈ, ਕੋਈ ਇਸੇ ਤਰ੍ਹਾਂ ਆਪ ਦਾ ਮਾਲਾ ਫੜ ਕੇ ਨਾਮ ਜਪਦਾ ਪਿਆ ਹੈ। ਕਿਉਂਕਿ ਸਾਧਨਾ ਵੱਖ ਵੱਖ ਹੈ ਨਾ, ਉਹ ਸਾਰੇ ਆਪੋ ਆਪਣੇ ਸਾਧਨ ਅਪਣਾ ਰਹੇ ਨੇ। ਇਹਨੇ ਜਾਂਦੇ ਸਾਰ ਜਾ ਕੇ ਆਖ ਦਿੱਤਾ, ਸ਼੍ਰੀ ਨਾਨਕ ਜਿਨ ਕੀ ਸ਼ੁਭ ਬਾਤਾ। ਕਹਿਣ ਲੱਗਾ, ਐ ਮੇਰੇ ਗੁਰ ਭਾਈਓ, ਤੁਸੀਂ ਮੇਰੀ ਗੱਲ ਨੂੰ ਸੁਣੋਗੇ ਜਰਾ। ਮੈਂ ਤੁਹਾਨੂੰ ਕੋਈ ਚਿੰਤਾ ਵਿੱਚ ਨਹੀਂ ਖੜਨਾ ਚਾਹੁੰਦਾ, ਮੈਂ ਤੁਹਾਨੂੰ ਕੋਈ ਮੁਸੀਬਤ ਵਿੱਚ ਨਹੀਂ ਖੜਨਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਧਿਆਨ ਵਿੱਚ ਲੱਗੇ ਹੋਏ ਹੋ। ਅਤੇ ਜੇਕਰ ਤੁਹਾਡਾ ਧਿਆਨ ਟੁੱਟਾ ਤਾਂ ਮੇਰੇ ਵਾਸਤੇ ਵੀ ਮੁਸੀਬਤ ਖੜੀ ਹੋ ਜਾਏਗੀ। ਕਿਉਂਕਿ ਕਦੇ ਵਾਸਤੇ ਜਦੋਂ ਕੋਈ ਆਪ ਦੇ ਧਿਆਨ ਵਿੱਚ ਬੈਠਾ ਹੈ, ਬਾਣੀ ਪੜ੍ਹਦਾ ਪਿਆ ਜਾਂ ਨਾਮ ਜਪਦਾ ਪਿਆ, ਉਹਨੂੰ ਛੇੜੀਏ ਨਾ। ਜਦੋਂ ਛੇੜਾਂਗੇ ਹੋ ਸਕਦਾ ਉਹ ਕ੍ਰੋਧ ਵਿੱਚ ਆ ਕੇ ਕੁਝ ਲਫ਼ਜ਼ ਬੋਲ ਦੇ। ਉਹ ਲਫ਼ਜ਼ ਕਈ ਵਾਰੀ ਪੂਰੇ ਵੀ ਹੋ ਜਾਂਦੇ ਹੈ। ਮਨੁੱਖ ਦਾ ਜੇਕਰ ਕੋਈ ਅਭਿਆਸੀ ਹੈ ਨਾ, ਬਾਣੀ ਪੜ੍ਹਨ ਵਾਲਾ ਹੈ, ਜੇ ਕਿਧਰੇ ਉਹਦਾ ਨਿਤਨੇਮ ਅੱਜ ਪੂਰਾ ਨਾ ਹੋਏ, ਉਹਦਾ ਸੁਭਾਅ ਕੁਝ ਖਿਝਿਆ ਖਿਝਿਆ ਹੋਵੇਗਾ, ਕੁਝ ਰੁੱਖਾ ਰੁੱਖਾ ਹੋਵੇਗਾ। ਕਹਿਣ ਲੱਗੇ, ਮੈਂ ਤੁਹਾਨੂੰ ਕੁਝ ਵਧਾ ਚੜ੍ਹਾ ਕੇ ਨਹੀਂ ਦੱਸਣਾ ਚਾਹੁੰਦਾ, ਸਿਰਫ ਇੰਨਾ ਦੱਸਦਾ ਹਾਂ ਕਿ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪਾਂ ਨਾਮ ਸੁਣਿਆ ਸੀ ਨਾ, ਉਹ ਐਸੇ ਸਤਿਗੁਰੂ ਕਰਤ ਹੁਤੁ ਕਬ ਕਬ ਮਿਲ ਤਾਤਾ। ਐ ਗੁਰਦੇਵ ਜੀ, ਤੁਸੀਂ ਕਹਿੰਦੇ ਹੁੰਦੇ ਸੀ ਨਾ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਆਉਣਗੇ। ਇਹ ਪਿਆਰੇ ਸੁਆਮੀ ਜੀ, ਜਿਨ੍ਹਾਂ ਬਾਰੇ ਤੁਸੀਂ ਆਖਦੇ ਸੀ ਨਾ, ਸੋ ਅਬ ਚੱਲ ਆਏ ਇਹ ਠਾਈ। ਉਹ ਐਸੇ ਸਤਿਗੁਰਾਂ ਨੇ ਕਿਰਪਾ ਕਰਕੇ ਇਸ ਅਸਥਾਨ ਨੂੰ ਭਾਗ ਲਾਏ ਹੈ। ਮਹਾਰਾਜ ਮਿਹਰਾਮਤ ਦੇ ਘਰ ਗੁਰੂ ਨਾਨਕ ਦੇਵ ਜੀ ਇੱਥੇ ਆਏ ਨੇ। ਕੀ ਤੁਸੀਂ ਮੇਰੀ ਗੱਲ ਨੂੰ ਸੁਣਦੇ ਹੋ ਧਿਆਨ ਨਾਲ? ਮੈਂ ਕੀ ਕਹਿ ਰਿਹਾ ਹਾਂ? ਇਸ ਤਰ੍ਹਾਂ ਕਹਿੰਦਾ ਹੋਇਆ, ਵੈਸੇ ਬਨ ਕੋ ਬੀਚ ਸਹਾਈ। ਉਹਨਾਂ ਪੁੱਛਿਆ, ਅੱਛਾ ਸਤਿਗੁਰੂ ਨਾਨਕ ਦੇਵ ਜੀ ਆਏ ਹੈ? ਸਾਰੇ ਹੈਰਾਨ ਹੋ ਗਏ। ਅਤੇ ਉਹਨਾਂ ਨੇ ਤਾਂ ਖੁਸ਼ੀ ਦੀ ਕੋਈ ਅੰਤ ਨਹੀਂ ਰਹਿ ਗਿਆ। ਹੁਣ ਇੰਨਾ ਚਾਅ ਚੜ੍ਹ ਗਿਆ। ਜਦੋਂ ਬਹੁਤੀ ਖੁਸ਼ੀ ਹੁੰਦੀ ਹੈ ਨਾ, ਬੰਦਾ ਫੁੱਲਿਆ ਨਹੀਂ ਸਮਾਉਂਦਾ ਹੈ, ਮਨੁੱਖ ਦੇ ਅੰਗ ਫੁੱਲੇ ਨਹੀਂ ਸਮਾਉਂਦੇ ਹੈ। ਉਹ ਬੜੀ ਖੁਸ਼ੀ ਵਿੱਚ ਪੁੱਛਦੇ ਹੈ, ਕਿੱਥੇ ਹਨ ਸਤਿਗੁਰੂ? ਕਹਿਣ ਲੱਗੇ, ਦੂਰ ਨਹੀਂ, ਇੱਥੇ ਬਾਹਰ ਹੀ ਬੈਠੇ ਆ, ਬਾਗ ਦੇ ਵਿੱਚ ਬੈਠੇ ਹੋਏ ਆ, ਰੁੱਖ ਦੇ ਥੱਲੇ। ਇੱਦਾਂ ਕਹਿੰਦਾ ਹੋਇਆ, ਦਵੈ ਮਾਨਵ ਹੈ ਔਰ ਸੰਗਾਰੇ। ਕਹਿਣ ਲੱਗੇ, ਇਹ ਤਾਂ ਬੜਾ ਸੰਘਲਾ ਜੰਗਲ ਹੈ, ਕੀ ਉਹ ਇਕੱਲੇ ਆਏ ਹੈ? ਨਾਲ ਨਹੀਂ ਕੋਈ ਉਹਨਾਂ ਦੇ ਹੈ? ਕਹਿਣ ਲੱਗੇ, ਨਹੀਂ ਨਹੀਂ, ਦੋ ਉਹਨਾਂ ਦੇ ਸਾਥੀ ਆ ਨਾਲ, ਉਹਨਾਂ ਦੇ 2 ਚੇਲੇ ਨੇ। ਉਹ ਦੋਵੇਂ ਵੀ ਬੜੇ ਸਾਧੂ ਜਿਹੇ ਲੱਗਦੇ ਹੈ, ਉਹ ਵੀ ਬੜੇ ਰੂਹਾਨੀਅਤ ਦੇ ਮਾਲਕ ਲੱਗਦੇ ਹੈ, ਉਹ ਵੀ ਉਹਨਾਂ ਦੇ ਨਾਲ ਹਨ। ਇਸ ਤਰ੍ਹਾਂ ਜਦੋਂ ਆਖਿਆ, ਚੱਲੀਏ ਦਰਸ਼ਨ ਲਿਓ ਨਿਹਾਰੇ। ਉਹ ਕਹਿਣ ਲੱਗੇ, ਫਿਰ ਦੇਰ ਕਿਹੜੀ ਗੱਲ ਦੀ ਹੈ, ਚਲੋ ਚੱਲ ਕੇ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਉਹਨਾਂ ਕੋਲੋਂ ਕੁਝ ਸ਼ੁਭ ਵਰ ਲਈਏ। ਕਿਉਂਕਿ ਜਿੱਥੇ ਸਾਧੂ ਆ ਜਾਣ, ਜਿੱਥੇ ਗੁਰੂ ਪਿਆਰੇ ਪਰਮੇਸ਼ਵਰ ਉਤਰ ਜਾਣ, ਉਸ ਜਗ੍ਹਾ ਦੀ ਰੂਹਾਨੀਅਤ, ਉਹਦੀਆਂ ਤਰੰਗਾਂ ਇੰਨੀਆਂ ਪ੍ਰਭਾਵਸ਼ਾਲੀ ਹੁੰਦੀਆਂ
ਕਿ ਕੋਈ ਮਨੁੱਖ ਉੱਥੇ ਜਾ ਕੇ ਸਿਰਫ ਬੈਠ ਹੀ ਜਾਏ ਤਾਂ ਵੀ ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਜੇ ਕਿਤੇ ਉਹ ਵਰ ਦੇ ਦੇਣ, ਕੋਈ ਬਚਨ ਕਰ ਦੇਣ, ਫਿਰ ਤੇ ਗੱਲਾਂ ਹੀ ਤਾਂ ਦੀਆਂ ਹੋ ਜਾਂਦੀਆਂ। ਕਹਿਣ ਲੱਗੇ ਚਲੋ ਚੱਲੀਏ, ਜਾ ਕੇ ਉਹਨਾਂ ਦੇ ਦਰਸ਼ਨ ਕਰੀਏ। ਸੀਲ ਸੈਣ ਆਦਿਕ ਰਿਖ ਜੇਤੇ, ਜਿੰਨੇ ਉੱਥੇ ਸੀਲ ਸੈਣ ਉਹਨਾਂ ਦੇ ਗੁਰੂ ਦਾ ਨਾਮ ਸੀ, ਬਾਕੀ ਹੋਰ ਉਹਨਾਂ ਦੇ ਜੋ ਸ਼ਿਸ਼ ਸੀ, ਚੇਲੇ ਸੀ, ਸਭ ਮਿਲ ਕੇ ਸੁਣ ਸ਼ੀਘਰ ਗਸ਼ਤ ਭੇਤੇ ਤੇ। ਸੁਣਦਿਆਂ ਸਾਰ ਉਹ ਸਾਰੇ ਚੱਲ ਕੇ ਆ ਰਹੇ ਹੈ। ਔਰ ਉਹਨਾਂ ਦੇ ਹੁਣ ਬਸਤਰ ਕਿਹੜੇ ਪਾਏ ਹੋਏ ਹੈ, ਉਹਨਾਂ ਦੇ ਸਰੂਪ ਬਿਆਨ ਕਰਦੇ ਆ ਕਵੀ ਜੀ। ਉਹ ਕਿਹੋ ਜਿਹੇ ਹੈ? ਸਿਰ ਪਰ ਜਟਾ ਜੂਟ ਕੋ ਕੀਨੋ, ਉਹਨਾਂ ਦੇ ਸਿਰ 'ਤੇ ਜਟਾਵਾਂ ਵੱਜੀਆਂ ਹੋਈਆਂ ਨੇ। ਸੋ ਕਿਉਂਕਿ ਉੱਥੇ ਉਹਨਾਂ ਦੇ ਕੋਲ ਕੁਝ ਐਸੋ ਜਿਹਾ ਪ੍ਰਬੰਧ ਹੈ ਹੀ ਨਹੀਂ। ਨਾਲੇ ਵੈਸੇ ਵੀ ਜਿਹੜੇ ਸਾਧੂ ਹੁੰਦੇ ਹੈ ਉਹ ਪਰਮੇਸ਼ਵਰ ਦੀ ਬਣਤਰ ਨੂੰ ਬਿਲਕੁਲ ਇਨ ਬਿਨ ਆਪ ਉਸ ਨੂੰ ਨਿਭਾਉਂਦੇ ਹੈ। ਭਾਵੇਂ ਕਿ ਕਲਗੀਧਰ ਜੀ ਨੇ ਸਾਨੂੰ ਖਾਲਸੇ ਨੂੰ ਇਹ ਕਿਹਾ ਹੈ ਕਿ ਦੋਨੋਂ ਵਕਤ ਕੰਘਾ ਕਰੇ, ਦੋਨੋਂ ਵਕਤ ਖਾਲਸੇ ਨੇ ਕੰਘਾ ਕਰਨਾ ਹੈ, ਕਿਉਂਕਿ ਇਹ ਪ੍ਰਭੂ ਦੀ ਅਮਾਨਤ ਹੈ। ਇਸ ਨੂੰ ਸੰਭਾਲ ਕੇ ਰੱਖਣਾ ਹੈ, ਕਦੇ ਇਹਦੇ ਵਿੱਚੋਂ ਬਦਬੂ ਨਾ ਆ ਜਾਏ, ਕੋਈ ਦੁਰਗੰਧੀ ਨਾ ਆਵੇ, ਇਸ ਕਰਕੇ ਇਹਨੂੰ ਹਮੇਸ਼ਾ ਸਾਫ਼ ਰੱਖਣਾ ਹੈ। ਉਹ ਵਾਰਤਾ ਵੀ ਅੱਗੇ ਆਏਗੀ ਜਦੋਂ ਇੱਕ ਸਾਧੂ ਨੇ ਆ ਕੇ ਸਤਿਗੁਰਾਂ ਨੂੰ ਕਹਿਣਾ ਹੈ ਕਿ ਤੁਸੀਂ ਇਸ਼ਨਾਨ ਕਿਉਂ ਕਰਦੇ ਹੋ? ਇਸ਼ਨਾਨ ਕਰਨ ਨਾਲ ਤਾਂ ਕੋਈ ਫਾਇਦਾ ਨਹੀਂ। ਜਿਹਦੇ ਅੰਦਰ ਖੇਡ ਬਣੀ ਹੋਏ ਉਹਨੂੰ ਭਲਾ ਬਾਹਰੀ ਇਸ਼ਨਾਨ ਕੀ ਆਖਦੇ ਹੈ? ਫਿਰ ਸਤਿਗੁਰੂ ਨੂੰ ਸੰਬੋਧਨ ਕਰਕੇ ਸਮਝਾਉਣਗੇ, ਉਹ ਵੀ ਵਾਰਤਾ ਅੱਗੇ ਆਏਗੀ। ਹੁਣ ਰਹੋ ਵਿਚਾਰ। ਕਹਿਣ ਲੱਗੇ ਉਹਨਾਂ ਦੇ ਸਰੀਰ ਦੇ ਜੋ ਅੰਗ ਪ੍ਰੰਗ ਹੈ ਇਸ ਤਰ੍ਹਾਂ ਬਿਆਨ ਕਰਦੇ ਹੈ। ਉਹਨਾਂ ਦੇ ਕੇਸ ਜਿਹੜੇ ਆ ਨਾ ਜਟਾ ਜੂਟ ਹੈ, ਜਟਾਵਾਂ ਬਣੀਆਂ ਹੋਈਆਂ ਹਨ। ਕੁਛ ਕੀ ਕਟ ਮਹਿ ਪਾਏ ਕੋ ਪੀਨੇ, ਅਤੇ ਜਿਹੜੇ ਘਾਸ ਫੂਸ ਹੈ ਉਹਨਾਂ ਨੇ ਘਾਹ ਦੇ ਹੀ ਆਪ ਦੇ ਤਨ 'ਤੇ ਕੋਪੀਨਾ ਕੀ ਆ, ਲੰਗੋਟੀਆਂ ਬੱਧੀਆਂ ਹੋਈਆਂ ਨੇ ਘਾਹ ਦੀਆਂ ਹੀ। ਕਿਉਂਕਿ ਉੱਥੇ ਕੋਈ ਬਸਤਰ ਦਾ ਕੋਈ ਪ੍ਰਬੰਧ ਨਹੀਂ। ਸਾਧੂ ਨੂੰ ਸਿਰਫ ਆਪਣੇ ਅਭਿਆਸ ਨਾਲ ਮਤਲਬ ਹੈ। ਕਈ ਦਿਗੰਬਰ ਹੁੰਦੇ ਹੈ। ਦਿਗੰਬਰ ਦਾ ਅਰਥ ਹੈ ਜਿਹਨੇ ਦਿਸ਼ਾਵਾਂ ਨੂੰ ਹੀ, ਚਾਰ ਚਫੇਰੇ ਦੀਆਂ ਦਿਸ਼ਾਵਾਂ ਨੂੰ ਹੀ ਆਪਦੇ ਬਸਤਰ ਸਮਝਿਆ ਹੈ। ਕਈ ਨਗਨ ਰਹਿੰਦੇ ਹੈ, ਪਰ ਗੁਰਮਤਿ ਵਿੱਚ ਇਸ ਦਾ ਕੋਈ ਜ਼ਿਆਦਾ ਉਲੇਖ ਨਹੀਂ ਮਿਲਦਾ। ਗੁਰਮਤਿ ਤੇ ਹਮੇਸ਼ਾ ਕਹਿੰਦੀ ਹੈ ਭਾਵੇਂ ਤੇਰੇ ਅੰਦਰ ਖੇਡ ਕਿਉਂ ਨਾ ਬਣ ਜਾਏ, ਤੂੰ ਭਾਵੇਂ ਦੇਹ ਦਾ ਅਧਿਆਸ ਕਿਉਂ ਨਾ ਤਿਆਗ ਦੇ, ਫਿਰ ਵੀ ਤੂੰ ਗੁਰਮਤਿ ਵਿੱਚ ਰਹਿਣਾ ਹੈ, ਫਿਰ ਵੀ ਤੂੰ ਗੁਰੂ ਦੇ ਅਧੀਨ ਰਹਿਣਾ ਹੈ। ਇਸ ਕਰਕੇ ਸ਼ਾਇਦ ਆਪ ਜੀ ਨੇ ਸੁਣਿਆ ਹੋਵੇਗਾ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਨਾਮ ਅਭਿਆਸ ਕਰਦਿਆਂ ਹੋਇਆਂ ਬ੍ਰਹਮ ਗਿਆਨ ਅਵਸਥਾ ਵਿੱਚ ਚਲੇ ਗਏ ਅਤੇ ਬਾਬਾ ਜੀ ਅੰਮ੍ਰਿਤ ਵੇਲਾ ਤਿਆਗ ਦਿੱਤਾ ਸੀ ਮਹਾਰਾਜ ਜੀ ਨੇ। ਬਾਬਾ ਜੀ ਅੰਮ੍ਰਿਤ ਵੇਲੇ ਨਹੀਂ ਸੀ ਉੱਠਦੇ, ਨਾ ਸਾਧ ਸੰਗਤ ਵਿੱਚ ਆਇਆ ਕਰਨਾ। ਕਈ ਦਿਨ ਇਸੇ ਤਰ੍ਹਾਂ ਹੋਇਆ। ਫਿਰ ਇੱਕ ਦਿਨ ਸਤਿਗੁਰਾਂ ਨੇ ਤਾੜ ਕੇ ਆਖਿਆ, ਐ ਭਾਈ ਬੁੱਢਾ ਸਾਹਿਬ ਜੀ, ਤੁਸੀਂ ਸਾਡੇ ਸੇਵਕ ਹੋ, ਸਾਨੂੰ ਪਤਾ ਹੈ ਕਿ ਤੁਸੀਂ ਪ੍ਰਭੂ ਦੇ ਆਨੰਦ ਵਿੱਚ, ਬ੍ਰਹਮਾਨੰਦ ਦੇ ਵਿੱਚ ਲੀਨ ਹੋ ਗਏ ਹੋ, ਪਰ ਜੋ ਹੁਣ ਤੁਹਾਡੀ ਕਿਰਿਆ ਹੈ ਇਹ ਕਿਰਿਆ ਨੂੰ ਲੋਕਾਂ ਨੇ ਵੇਖਣਾ ਹੈ। ਅਤੇ ਜੇ ਤੁਸੀਂ ਹੁਣ ਲੇਟ ਉੱਠਣ ਲੱਗੇ, ਜੇ ਤੁਸੀਂ ਹੁਣ ਸਾਧ ਸੰਗਤ ਵਿੱਚ ਨਾ ਆਉਣ ਲੱਗੇ, ਤੁਹਾਨੂੰ ਦੇਖ ਕੇ ਲੋਕਾਂ ਨੇ ਵੀ ਇਸੇ ਤਰ੍ਹਾਂ ਕਰਨਾ ਸ਼ੁਰੂ ਕਰ ਦੇਣਾ ਹੈ। ਇਸ ਕਰਕੇ ਤੁਸੀਂ ਸਾਧ ਸੰਗਤ ਨਹੀਂ ਤਿਆਗਣੀ ਹੈ। ਫਿਰ ਤਾਂ ਬਾਬਾ ਬੁੱਢਾ ਸਾਹਿਬ ਜੀ ਰੋਜ਼ਾਨਾ ਹੀ ਉਸੇ ਤਰ੍ਹਾਂ ਫਿਰ ਨੇਮ ਨਿਭਾਉਣ ਲੱਗੇ। ਰੋਹ ਵਿਚਾਰ ਇਸ ਤਰ੍ਹਾਂ ਕਹਿ ਲੱਗੇ, ਉਹਨਾਂ ਦੇ ਜਿਹੜੇ ਜੋਗੀ ਹੈ ਉਹਨਾਂ ਦੇ ਕੋਪੀਨ ਕੀ ਆ, ਲੰਗੋਟ ਬੱਧੇ ਹੋਏ ਹੈ। ਸੋ ਘਾਸ ਫੂਸ ਦੇ ਬਲ ਕਲ ਕੇ ਬਸਤਰ ਤਨ ਧਾਰੇ। ਜਿਵੇਂ ਆਪ ਜੀ ਨੇ ਦੇਖੇ ਹੋਣਗੇ ਕੇਲੇ ਦੇ ਰੁੱਖ ਦੇ ਪੱਤਰੇ ਬੜੇ ਵੱਡੇ ਵੱਡੇ ਹੁੰਦੇ ਹੈ। ਹੋਰ ਵੀ ਕਈ ਐਸੋ ਜਿਹੇ ਰੁੱਖ ਨੇ ਉਹਨਾਂ ਦੇ ਪੱਤੇ ਜਿਹੜੇ ਆ ਬੜੇ ਵੱਡੇ ਵੱਡੇ ਹੁੰਦੇ ਹੈ, ਅਤੇ ਉਹ ਐਸੇ ਉਹਨਾਂ ਨੇ ਬਲਕਲ ਸੋ ਰੁੱਖਾਂ ਦੀਆਂ ਛਿੱਲਾਂ ਦੇ ਬਸਤਰ ਧਾਰੇ ਹੋਏ ਹੈ। ਰੁੱਖਾਂ ਦੀਆਂ ਛਿੱਲਾਂ ਹੀ ਲਵੇਟੀਆਂ ਹੋਈਆਂ ਨੇ, ਕਿਉਂਕਿ ਸਾਧ ਮੁਰਾਦੇ ਰਹਿਣਾ ਸਾਧੂ ਦਾ ਸੁਭਾਅ। ਫਿਰ ਉਹਨਾਂ ਨੇ ਤਾਂ ਸਿਰਫ ਆਪ ਦੀ ਇੱਕ ਰੀਤੀ ਨਿਭਾ ਰਹੇ ਹੈ, ਉਹ ਵੀ ਸਤਿਗੁਰਾਂ ਦੇ ਸਾਹਮਣੇ ਆ ਕੇ। ਹੋ ਸਕਦਾ ਪਹਿਲਾਂ ਉਹ ਵੀ ਨਾ ਪਾਉਂਦੇ ਹੋਣ। ਤਾਂ ਕਹਿਣ ਲੱਗੇ ਇਸੇ ਤਰ੍ਹਾਂ ਉਹਨਾਂ ਨੇ ਸੋ ਬਸਤਰ ਜਿਹੜੇ ਹੈ ਰੁੱਖਾਂ ਦੀਆਂ ਛਿੱਲਾਂ ਹੀ ਧਾਰੀਆਂ ਹੋਈਆਂ। ਜੈਸ ਜਨੂ ਕੁਛ ਕੇ ਗਰੀਬ ਮੁਝਾਰੇ। ਕਈਆਂ ਨੇ, ਕਿਉਂਕਿ ਬਹੁਤੇ ਜ਼ਿਆਦਾ ਸੰਨਿਆਸੀ ਜੋਗੀ ਸਨਾਤਨ ਮਤ ਨੂੰ ਧਾਰਨ ਕਰਦੇ ਹੈ, ਇਸ ਕਰਕੇ ਬਹੁਤਿਆਂ ਦੇ ਤਾਂ ਤਨ 'ਤੇ ਜੰਝੂ ਪਾਏ ਹੋਏ ਸੀ, ਧਾਗੇ ਲਪੇਟੇ ਹੋਏ ਸਨ। ਕਰ ਪੱਗ ਕੇ ਨਖ ਬਧੇ ਵਿਸਾਲਾ। ਅਤੇ ਫਿਰ ਹੋਰ ਹੈਰਾਨੀ ਵਾਲੀ ਗੱਲ, ਉਹਨਾਂ ਦੇ ਪੈਰਾਂ ਦੇ ਅਤੇ ਹੱਥਾਂ ਦੇ ਨਹੁੰ ਜਿਹੜੇ ਬੜੇ ਵਧੇ ਹੋਏ ਹੈ, ਬਹੁਤ ਜ਼ਿਆਦਾ।
ਜਿਵੇਂ ਆਮ ਜਾਨਵਰਾਂ ਦੇ ਜਿਹੜੇ ਆ ਨੌਂਦਰਾਂ ਹੁੰਦੀਆਂ ਨੇ, ਕਿੰਨੀਆਂ ਕਿੰਨੀਆਂ ਲੰਬੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਥੋੜ੍ਹਾ ਹੀ ਕੋਈ ਕੱਟਦਾ ਹੈ। ਤਾਂ ਉਹਨਾਂ ਨੇ ਵੀ ਇਸੇ ਤਰ੍ਹਾਂ ਇੰਨ ਬਿੰਨ ਆਪਦੇ ਸਰੀਰ ਨੂੰ ਜਿਸ ਤਰ੍ਹਾਂ ਪਰਮੇਸ਼ਵਰ ਨੇ ਬਣਾਇਆ, ਉਹਨੂੰ ਥੋੜ੍ਹਾ ਵੀ ਰੱਤਾ ਮਾਤਰ ਵੀ ਛੇੜਿਆ ਨਹੀਂ। ਸੋ ਨਹੁੰ ਤੇ ਬੇਸ਼ੱਕ ਕੱਟਣੇ ਯੋਗ ਹੋ ਜਾਂਦੇ ਆ ਜਦੋਂ ਵੱਧ ਜਾਂਦੇ ਆ, ਕਿਉਂਕਿ ਜਿਹੜੇ ਨਹੁੰ ਵੱਧ ਜਾਂਦੇ ਆ ਇਹ ਮੁਰਦੇ ਹੋ ਜਾਂਦੇ ਆ। ਜਦੋਂ ਆਪਾਂ ਕੇਸ ਵਾਹੁੰਦੇ ਹਾਂ, ਕੇਸ ਵਾਹੁੰਦਿਆਂ ਜਿਹੜੇ ਕੇਸ ਆਪਣੇ ਆਪ ਝੜਦੇ ਆ, ਉਹ ਉਹੀ ਝੜਦੇ ਜਿਹੜੇ ਮੁਰਦੇ ਹੋ ਗਏ ਆ, ਜਿਹੜੇ ਹੁਣ ਝੜਨੇ ਯੋਗ ਹੋ ਗਏ ਆ। ਪਰ ਉੱਥੇ ਉਹਨਾਂ ਕੋਈ ਨਾ ਕੋਈ ਪ੍ਰਬੰਧ ਨਹੀਂ ਸੀ। ਉਹਨਾਂ ਦੇ ਪੈਰਾਂ ਦੇ ਹੱਥਾਂ ਦੇ ਬੜੇ ਨਹੁੰ ਵਧੇ ਸਨ, ਤਪ ਕੋ ਤੇਜ ਦਿਪੈ ਜਿਨ ਭਾਲਾ। ਪਰ ਉਹਨਾਂ ਦੇ ਤਪ ਦੇ ਕਰਕੇ, ਉਹਨਾਂ ਦੇ ਐਸੇ ਹੱਠ ਕਰਕੇ ਉਹਨਾਂ ਦਾ ਮੱਥਾ ਲਾਲ ਚਮਕਦਾ ਪਿਆ ਹੈ, ਬਹੁਤ ਉਹਨਾਂ ਦਾ ਚਿਹਰਾ ਦਗਦਾ ਕਰਦਾ ਪਿਆ, ਕਿਉਂਕਿ ਨਾਮ ਦਾ ਅਭਿਆਸ ਦਾ ਪ੍ਰਤਾਪ ਹੀ ਹੈ। ਉਹਨਾਂ ਦੇ ਚਿਹਰੇ ਉੱਪਰ ਲਾਲੀਆਂ ਛਾਈਆਂ ਨੇ, ਸ਼ਮਸ਼ ਸਵੇਤ ਤਨ ਚਰਮ ਸੁਕਾਵਾ। ਚਿੱਟੇ ਦਾੜੇ ਉਹਨਾਂ ਦੇ, ਕਿਉਂਕਿ ਬਜ਼ੁਰਗ ਹੋ ਗਏ ਹੁਣ, ਉਹਨਾਂ ਦੇ ਸਰੀਰ ਦੇ ਸਾਰੇ ਅੰਗ ਪ੍ਰੰਗ ਜਿਹੜੇ ਆ ਹੁਣ ਅਸਥਿਲ ਹੋ ਗਏ ਆ। ਸੋ ਬੜੇ ਸੁੱਕਾ ਜਿਹਾ ਹੋ ਗਿਆ ਸਰੀਰ, ਪਿੰਜਰ ਹੀ ਬਣਿਆ ਹੋਇਆ। ਕਹਿਣ ਲੱਗੇ ਦੇਖਣੇ ਮਾਤਰ ਤਾਂ ਇਉਂ ਲੱਗਦਾ ਜਿਵੇਂ ਸੁੱਕਾ ਰੁੱਖ ਹੁੰਦਾ ਹੈ ਨਾ, ਇਉਂ ਉਹਨਾਂ ਦੇ ਸਰੀਰ ਬਣੇ ਸੀ। ਚਿੱਟਾ ਉਹਨਾਂ ਦਾ ਸਫੈਦ ਦਾੜਾ, ਦੂਰੋਂ ਹੀ ਦਿਸਦਾ ਸੁਰਗਾਦਿਕ ਸੁਖ ਤਨਕ ਨਾ ਭਾਵਾ। ਪਰ ਇੰਨੇ ਜ਼ਿਆਦਾ ਭਜਨ ਵਿੱਚ ਲੀਨ ਸੀ, ਉਹਨਾਂ ਨੂੰ ਦੁਨਿਆਵੀ ਸੁੱਖਾਂ ਦੀ ਤਾਂ ਕੀ ਗੱਲ ਹੈ, ਸਵਰਗ ਦੇ ਸੁੱਖ ਵੀ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹੈ। ਕਿਉਂਕਿ ਜਿਹਨੂੰ ਅਸਲੀ ਸੁੱਖ ਮਿਲ ਜਾਏ, ਜਿਹਨੂੰ ਪਰਮ ਆਨੰਦ ਮਿਲ ਜਾਏ, ਉਹਨੂੰ ਫਿਰ ਝੂਠੇ ਆਨੰਦ ਨਾਲ ਕੀ ਮਤਲਬ ਹੈ, ਉਹਨੂੰ ਤੁੱਛ ਜਿਹੇ ਆਨੰਦ ਨਾਲ ਕੀ ਮਤਲਬ ਹੈ। ਜਿਹਨੂੰ ਮਾਣਕ ਮਿਲ ਜਾਏ, ਹੀਰਾ ਮਿਲ ਜਾਏ, ਉਹਨੂੰ ਫਿਰ ਕੰਕਰ ਫੋਰਨੇ ਦੀ, ਉਹਨੂੰ ਪੱਥਰਾਂ ਵਿੱਚੋਂ ਕੀ ਲੱਭਣ ਦੀ ਲੋੜ ਹੈ। ਤਾਂ ਜਿਨ੍ਹਾਂ ਨੂੰ ਆਨੰਦ ਮਿਲਿਆ ਸੀ, ਉਹਨਾਂ ਨੂੰ ਭਲਾ ਇਹ ਸਵਰਗਾਂ ਦੇ ਸੁੱਖਾਂ ਦੇ, ਸੰਸਾਰ ਦੇ ਸੁੱਖਾਂ ਦੀ ਤਮਾ ਭਲਾ ਕਿੱਥੋਂ ਰਹਿਣੀ ਸੀ। ਨਹੀਂ ਸੀ ਉਹਨਾਂ ਮਨ ਵਿੱਚ ਉਜਲ ਹਿਰਦੇ ਗਿਆਨ ਸੋ ਜਿਨ ਕੇ, ਜਿਨ੍ਹਾਂ ਦੇ ਹਿਰਦੇ ਬੜੇ ਉਜਲੇ, ਕੋਈ ਰਾਗ ਦਵੈਸ਼ ਤੋਂ ਰਹਿਤ ਹੈ। ਸੋ ਇਸ ਪ੍ਰਕਾਰ ਉਹਨਾਂ ਦੇ ਹਿਰਦੇ ਅੰਦਰ ਗਿਆਨ ਪ੍ਰਗਟ ਹੈ। ਗਿਆਨ ਕਰਕੇ ਕਲਮਲ ਨਾਸਹਿ ਦਰਸ਼ਨ ਤਿਨ ਕੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਐਸੇ ਉਹ ਸਾਧੂ ਜਨ ਹੈ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਹੋਇਆਂ ਸਾਰੇ ਪਾਪ ਉਤਰਦੇ ਨੇ, ਮਨ ਵਿੱਚੋਂ ਮਲੀਨਤਾ ਦੂਰ ਹੁੰਦੀ। ਦੋਹਰਾ ਚੱਲ ਸਮੀਪ ਆਏ ਜਬੈ, ਉਠਤ ਭਏ ਗਤ ਦਾਏ। ਜਦੋਂ ਉਹ ਆਏ ਨਾ ਇਕੱਠੇ ਹੋ ਕੇ ਆਪ ਦਾ ਜਥਾ ਲੈ ਕੇ, ਤੇ ਦੀਨ ਦਿਆਲੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਰੱਬ ਦੇ ਪਿਆਰੇ ਜਾਣ ਕੇ, ਸੰਤ ਜਨ ਜਾਣ ਕੇ ਆਪ ਮਹਾਰਾਜ ਉੱਠ ਗਏ ਹੈ। ਤੇ ਉੱਠੇ ਕਿਉਂ ਹੈ? ਸਿਰਫ ਇਹੋ ਵਜ੍ਹਾ ਹੈ। ਉੱਦਾਂ ਤੇ ਸਤਿਗੁਰੂ ਬਾਬਰ ਦੇ ਕਹਿਣ 'ਤੇ ਵੀ ਨਹੀਂ ਸੀ ਆਏ। ਜਦੋਂ ਬਾਬਰ ਨੇ ਸੱਦਿਆ ਸੀ ਨਾ ਵੀ ਜਾਓ ਜਾ ਕੇ ਉਸ ਫਕੀਰ ਨੂੰ ਲੈ ਕੇ ਆਓ, ਸਤਿਗੁਰੂ ਕਹਿਣ ਲੱਗੇ ਕਿਹਨੇ ਬੁਲਾਇਆ? ਕਹਿੰਦੇ ਬਾਦਸ਼ਾਹ ਦਾ ਹੁਕਮ ਆਇਆ। ਕਹਿਣ ਲੱਗੇ ਸਾਡੇ ਵਾਸਤੇ ਤਾਂ ਕੋਈ ਬਾਦਸ਼ਾਹ ਨਹੀਂ ਹੈ, ਅਸੀਂ ਤੇ ਆਪ ਬਾਦਸ਼ਾਹ ਹਾਂ, ਕਿਉਂਕਿ ਸਾਡੇ ਅੰਦਰ ਪ੍ਰਭੂ ਵਸਿਆ ਹੋਇਆ ਹੈ। ਪਰ ਉਹਨਾਂ ਨੂੰ ਸੰਤ ਜਨ ਜਾਣ ਕੇ, ਪ੍ਰਭੂ ਦੇ ਪਿਆਰੇ ਜਾਣ ਕੇ, ਸਤਿਗੁਰੂ ਜੀ ਆਪ ਦੇ ਆਸਣ ਤੋਂ ਉੱਠ ਗਏ। ਸਭ ਹਿਨ ਕੋ ਬੰਧਨ ਕਰੀ ਜਿਉ ਰਗਬਰ ਰਿਖ ਰਾਏ। ਸਾਰਿਆਂ ਨੇ ਮਿਲ ਕੇ ਆਪਸ ਵਿੱਚ ਬੰਦਨਾ ਕੀਤੀ। ਉਹਨਾਂ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ, ਸਤਿਗੁਰੂ ਜੀ ਨੇ ਅੱਗੋਂ ਉਹਨਾਂ ਨੂੰ ਨਮਸਕਾਰ ਕੀਤੀ ਹੈ। ਮੰਨ ਲਓ ਜਿਵੇਂ ਤ੍ਰੇਤੇ ਯੁੱਗ ਦੇ ਅਵਤਾਰ ਰਾਮ ਚੰਦਰ ਜੀ, ਜਿਸ ਪ੍ਰਕਾਰ ਉਹਨਾਂ ਨੇ ਸੋ ਆਪ ਦੀਆਂ ਰਿਖੀਆਂ ਮੁਨੀਆਂ ਨੂੰ ਨਮਸਕਾਰ ਕੀਤੀ ਹੋਈ, ਮੰਨ ਲਓ ਬਹੁਤਾ ਹੀ ਕਹਿਣ ਲੱਗੇ ਉੱਥੇ ਆਨੰਦ ਬਣ ਗਿਆ। ਚਉਪਈ ਮਿਲੇ ਹਰਖ ਕਰ ਸਭ ਹੀ ਗੁਰ ਸੋ। ਸਾਰੇ ਬੜੀ ਖੁਸ਼ੀ ਨਾਲ ਮਿਲੇ ਹੈ, ਕਿਸੇ ਦੇ ਮਨ ਵਿੱਚ ਕੋਈ ਉਚਾਟਤਾ ਨਹੀਂ ਹੈ, ਕੋਈ ਉਦਾਸੀ ਨਹੀਂ ਨਜ਼ਰ ਆ ਰਹੀ ਹੈ। ਮੰਨ ਲਓ ਅੱਜ ਉਹਨਾਂ ਨੂੰ ਸਾਰੇ ਸੁੱਖ ਮਿਲ ਗਏ ਹੈ। ਜਿਸ ਸੁੱਖ ਵਾਸਤੇ ਉਹਨਾਂ ਨੇ ਹੱਠ ਤਪ ਕੀਤਾ ਸੀ ਨਾ, ਮੰਨ ਲਓ ਉਹ ਸੁੱਖ ਦੀ ਅੱਜ ਕਾਮਨਾ ਪੂਰਨ ਹੋ ਗਈ ਹੈ। ਤੇ ਕਹਿਣ ਲੱਗੇ ਸਾਰੇ ਬੜੇ ਖੁਸ਼ ਸਨ। ਦਰਸ ਬਿਲੋ ਕਹੇ ਹਿਤ ਕਰ ਉਰਸੋਂ। ਜਿਵੇਂ ਚਕੋਰਾਂ ਚੰਦਰਮਾ ਨੂੰ ਦੇਖਦੀਆਂ ਨੇ ਇੱਕ ਟੱਕ ਨਿਗਾਹ ਲਗਾ ਕੇ, ਇਸ ਤਰ੍ਹਾਂ ਉਹ ਸਤਿਗੁਰਾਂ ਦੇ ਦਰਸ਼ਨ ਦੇਖ ਦੇਖ ਕੇ ਤੇ ਹੱਸ ਰਹੇ ਹੈ, ਖੁਸ਼ ਹੋ ਰਹੇ ਹੈ, ਮੁਸਕਰਾ ਰਹੇ ਨੇ। ਉਹਨਾਂ ਨੂੰ ਬਹੁਤ ਜ਼ਿਆਦਾ ਆਨੰਦ ਮਿਲ ਰਿਹਾ ਹੈ। ਮੰਨ ਲਓ ਜਿਵੇਂ ਕਿ ਇੱਕ ਬਹੁਤ ਵੱਡਾ ਦੀਵਾ ਜਗਦਾ ਪਿਆ ਹੈ, ਉਹ ਦੀਵੇ ਦਾ ਆਸਰਾ ਲੈ ਲੈ ਕੇ ਬਾਕੀ ਦੀਵੇ ਜਗਦੇ ਪਏ ਹੋਣ। ਇਉਂ ਸਤਿਗੁਰਾਂ ਤੋਂ ਪ੍ਰਕਾਸ਼ ਲੈ ਲੈ ਕੇ ਐਸੇ ਆਨੰਦ ਨੂੰ ਜਾਣ ਜਾਣ ਕੇ
ਉਹ ਸਾਰੇ ਬੜੇ ਖੁਸ਼ ਹੋ ਰਹੇ ਹੈ, ਆਪਸ ਵਿੱਚ ਕਹਿ ਰਹੇ ਦੇਖੋ ਸਤਿਗੁਰਾਂ ਦੇ ਦਰਸ਼ਨ ਕਿੰਨੇ ਦੁਰਲੱਭ ਹੈ, ਅੱਜ ਸਾਡੀ ਕਾਮਨਾ ਪੂਰੀ ਹੋ ਗਈ। ਇਉਂ ਹਿਰਦੇ ਕਰਕੇ ਉਹ ਬੜੇ ਖੁਸ਼ ਹਨ। ਅਨਕ ਬਿਧਨ ਕੀ ਉਸਤਤ ਕੀਨੀ। ਫਿਰ ਉਹ ਬਹੁਤ ਉਹਨਾਂ ਨੇ ਕੁਝ ਤਾਂ ਵਿੱਚੋਂ ਸਾਧੂ ਉੱਠ ਕੇ ਗਏ ਆ, ਕਹਿਣ ਲੱਗੇ ਮਹਾਰਾਜ ਅਸੀਂ ਆਉਂਦੇ ਹਾਂ ਥੋੜ੍ਹਾ ਸਮੇਂ ਬਾਅਦ। ਉਹ ਫਿਰ ਕੁਝ ਕੁ ਫੁੱਲ ਤੋੜ ਕੇ ਲਿਆਏ, ਫਿਰ ਸਤਿਗੁਰਾਂ ਦੇ ਪਰਥਾਏ ਮੰਗਲਾਚਰਨ ਉਸਤਤੀ ਦੇ ਸ਼ਬਦ ਗਾਉਣ ਲੱਗੇ ਆਪ ਦੇ ਅਨੁਸਾਰ। ਅਤੇ ਫਿਰ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ, ਅਸੀਂ ਪਤਿਤ ਅਤੇ ਤੁਸੀਂ ਪਾਵਨ। ਫਿਰ ਤਾਂ ਸਤਿਗੁਰਾਂ ਦੀ ਮਹਿਮਾ ਕਰਦੇ ਆ ਵਾਰ-ਵਾਰ, ਬੜੇ ਸਤਿਗੁਰਾਂ ਦੇ ਪਰਥਾਏ ਉਹ ਗੀਤ ਗਾ ਰਹੇ ਉਸਤਤ ਦੇ। ਸਤਿਗੁਰੂ ਜੀ ਵੀ ਖੁਸ਼ ਹੋ ਰਹੇ ਹਨ। ਚਰਨ ਕਵਲ ਰਤ ਮੈਂ ਮਤ ਭੀਨੀ। ਪਰ ਉਹਨਾਂ ਦੀ ਜਿਹੜੀ ਖੁਸ਼ਾਮਦੀ ਹੈ, ਜੋ ਮਹਿਮਾ ਪਾਏ ਗਾਉਂਦੇ ਨੇ, ਉਹ ਕੋਈ ਝੂਠੀ ਨਹੀਂ ਹੈ, ਉਹ ਮਨੋਂ ਗਾ ਰਹੇ ਨੇ। ਇੱਕ ਤਾਂ ਹੁੰਦਾ ਅਸੀਂ ਕਿਸੇ ਨੂੰ ਝੂਠਾ ਹੀ ਕਹੀ ਜਾਂਦੇ ਹਾਂ, ਜੇ ਤੇਰਾ ਬੜਾ ਤੂੰ ਸਾਫ਼ ਹੈ, ਤੂੰ ਭਗਤ ਹੈ, ਤੂੰ ਰੱਬ ਦਾ ਪਿਆਰਾ ਹੈ, ਤੂੰ ਸੰਤ ਹੈ, ਇਹ ਸਿਰਫ ਸਾਡੇ ਲੋਕਾਚਾਰੀ ਸ਼ਬਦ ਨੇ। ਪਰ ਉਸ ਤਨੋਂ ਮਨੋਂ ਹੋ ਕੇ ਜੋ ਹਿਰਦੇ ਵਿੱਚ ਸੀ ਨਾ, ਉਹ ਹੀ ਬਿਆਨ ਕਰਦੇ ਨੇ। ਇੱਦਾਂ ਤਾਂ ਨਹੀਂ ਹੈ ਜਿਵੇਂ ਫਰੀਦ ਜੀ ਨੇ ਕਿਹਾ ਹੈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹ ਦਸ਼ਾ ਨਹੀਂ ਉਹਨਾਂ ਦੀ, ਬਲਕਿ ਉਹ ਤਾਂ ਇੱਕ ਚਿੱਤ ਹੋ ਕੇ ਸਤਿਗੁਰਾਂ ਦੇ ਗੁਣ ਗਾ ਰਹੇ ਨੇ। ਐਸਾ ਆਨੰਦ ਉਹਨੂੰ ਹੀ ਪ੍ਰਾਪਤ ਹੁੰਦਾ ਜਿਹਦੇ ਮਨ ਵਿੱਚ ਕੋਈ ਕਪਟ ਨਹੀਂ, ਕੋਈ ਛੀਣਤਾ ਨਹੀਂ ਹੈ। ਨਿਰੰਕਾਰ ਤੁਮ ਬਨੇ ਆਕਾਰਾ। ਕਹਿਣ ਲੱਗੇ ਕਿ ਤੁਸੀਂ ਤਾਂ ਨਿਰੰਕਾਰ ਦੇ ਸਰੂਪ ਹੋ। ਸਾਨੂੰ ਇਉਂ ਲੱਗਦਾ ਕਿ ਨਿਰੰਕਾਰ ਵਾਹਿਗੁਰੂ ਅੱਜ ਸਾਡੇ ਘਰ ਆ ਗਏ ਹੈ, ਸਾਡੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਹਿਤ। ਬਹੁ ਨਰ ਤਾਰਹੁ ਗਏ ਸੰਸਾਰਾ। ਮੈਨੂੰ ਪਤਾ ਹੈ ਉਹਨਾਂ ਵਿੱਚੋਂ ਜਿਹੜਾ ਗੁਰਦੇਵ ਹੈ ਨਾ, ਉਹਨਾਂ ਸਾਰਿਆਂ ਰਿਖੀਆਂ ਦਾ, ਜਿਹਨੂੰ ਸੀਲ ਸੈਣ ਕਰਕੇ ਨਾਮ ਆਇਆ ਪਿੱਛੇ, ਉਹਨੇ ਆਖਿਆ ਕਿ ਮੈਨੂੰ ਪਤਾ ਹੈ ਕਿ ਤੁਸੀਂ ਬਹੁਤੇ ਜਨਾਂ ਨੂੰ ਤਾਰੋਗੇ। ਮੈਨੂੰ ਪਤਾ ਹੈ ਕਿ ਤੁਹਾਡਾ ਆਸਰਾ ਲੈ ਲੈ ਕੇ ਭਾਵੇਂ ਕੋਈ ਪਾਪੀ ਹੈ, ਦੁਸ਼ਟ ਹੈ, ਉਹ ਵੀ ਤੁਹਾਡਾ ਆਸਰਾ ਤੱਕਿਆ ਕਰੇਗਾ। ਨਹੀਂ ਤੇ ਆਪਣਾ ਪੁਰਾਣਾ ਸਭਿਅਤਾ, ਆਪਣਾ ਪੁਰਾਣੇ ਦੇਸ਼ ਦੀ ਜਿਹੜੀ ਲੋਕਾਚਾਰੀ ਰੀਤੀ ਤਾਂ ਇਹੋ ਹੀ ਸੀ ਨਾ ਕਿ ਬ੍ਰਾਹਮਣ ਕੇਵਲ ਵੇਦ ਪਾਠ ਕਰੇ, ਬ੍ਰਾਹਮਣ ਕੇਵਲ ਸ਼ਾਸਤਰਾਂ ਦਾ ਅਧਿਐਨ ਕਰੇ, ਦੂਸਰੇ ਤਾਂ ਨਹੀਂ ਸੀ ਕੋਈ ਕਰ ਸਕਦੇ। ਨੀਵੀਆਂ ਜਾਤੀਆਂ ਨੂੰ ਤਾਂ ਧਰਮ ਦਾ ਕੀ, ਉਹਨਾਂ ਨੂੰ ਤਾਂ ਮੰਦਰ ਤੱਕਣਾ ਹੀ ਇੰਨਾ ਉਹਨਾਂ ਨੂੰ ਬੁਰਾ ਲੋਚਿਆ ਜਾਂਦਾ ਸੀ। ਜੇ ਕਿਧਰੇ ਉਹ ਵੇਦਾਂ ਦਾ ਪਾਠ ਸੁਣ ਲੈਂਦੇ ਅਤੇ ਉਹਨਾਂ ਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਇੰਨਾ ਜ਼ਿਆਦਾ ਦੁਰਦਸ਼ਾ। ਪਰ ਕਹਿਣ ਲੱਗੇ ਸਾਨੂੰ ਪਤਾ ਹੈ, ਤੁਹਾਡੇ ਚਿਹਰੇ ਤੋਂ ਲੱਗਦਾ ਹੈ ਤੁਸੀਂ ਬਹੁਤ ਜ਼ਿਆਦਾ ਦੀਨ ਦਿਆਲੂ ਹੋ। ਤੁਹਾਡੇ ਦਰ ਤੋਂ ਆਣ ਕੇ ਅਮੀਰ ਗਰੀਬ ਸਭ ਆਣ ਕੇ ਆਸਰਾ ਤੱਕਿਆ ਕਰਨਗੇ। ਬਹੁਤੇ ਜਨਾਂ ਨੂੰ ਤੁਸੀਂ ਤਾਰੋਗੇ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣੇ ਜਾਤ ਹੈ। ਕਹਿਣ ਲੱਗੇ ਜੇਕਰ ਕੋਈ ਵਿਗਿਆਨ ਦੁਆਰਾ ਤਾਰਿਆਂ ਨੂੰ ਗਿਣਨਾ ਚਾਹੇ ਨਾ, ਵੈਸੇ ਤਾਂ ਨਹੀਂ ਗਿਣੇ ਜਾਂਦੇ, ਪਰ ਕਹਿਣ ਲੱਗੇ ਜੇ ਮੰਨ ਲਈਏ ਵੀ ਕੋਈ ਗਿਣ ਲਵੇ, ਪਰ ਕਹਿਣ ਲੱਗੇ ਜਿਹੜੇ ਤੁਹਾਡੇ ਨਾਮ ਨੂੰ ਜਪ ਕੇ ਤਰੇ ਆ ਨਾ, ਉਹਨਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਕਰ ਸਕਦਾ। ਅੱਜ ਵੀ ਤੁਸੀਂ ਤਾਰਦੇ ਪਏ ਹੋ, ਪਹਿਲਾਂ ਵੀ ਤਾਰਦੇ ਹੋ। ਤਾਂ ਇਸ ਤਰ੍ਹਾਂ ਉਹ ਜੋਗੀ ਨੇ ਸਤਿਗੁਰਾਂ ਦੀ ਮਹਿਮਾ ਗਾਵੀ। ਇਹ ਸਥਾਨ ਨਿਜ ਸੇਵਕ ਜਾਣੇ। ਕਹਿਣ ਲੱਗੇ ਇਹ ਜਿਹੜਾ ਅਸਥਾਨ ਹੈ ਨਾ, ਬਾਗ ਹੈ, ਇਹ ਇਉਂ ਜਾਣੋ ਵੀ ਤੁਹਾਡੇ ਸੇਵਕਾਂ ਦਾ ਹੀ ਹੈ। ਜਿੰਨਾ ਚਿਰ ਮਰਜ਼ੀ ਇੱਥੇ ਰਹੋ, ਤੁਹਾਡਾ ਹੀ ਇਹ ਸਥਾਨ ਹੈ। ਕਿਰਪਾ ਕਰਕੇ ਬਹੁਤਾ ਲੰਮਾ ਸਮਾਂ ਸਾਨੂੰ ਦਰਸ਼ਨ ਦਵੋ। ਆਏ ਦਰਸ਼ ਦੀਏ ਦਇਆ ਨਿਧਾਨੇ। ਤੁਸੀਂ ਬੜੀ ਕਿਰਪਾ ਕਰਕੇ ਸਾਨੂੰ ਇਹ ਦਇਆ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਦਰਸ਼ਨ ਦਿੱਤੇ। ਭਏ ਕਿਰਤਾਰਥ ਹਮ ਸਭ ਤਬ ਤੇ। ਜਦੋਂ ਤੋਂ ਤੁਸੀਂ ਆਏ ਹੋ ਨਾ, ਉਦੋਂ ਤਾਂ ਇੱਕ ਇਹੋ ਜਿਹਾ ਮਾਹੌਲ ਬਣ ਗਿਆ ਹੈ। ਮੰਨ ਲਓ ਵੀ ਅਸੀਂ ਇਕੱਠੇ ਵੀ ਉਦੋਂ ਨਾਮ ਜਪਦੇ ਹੋਈਏ, ਇਕੱਠੇ ਵੀ ਸਾਧਨਾ ਕਰਦੇ ਹੋਈਏ, ਤਾਂ ਵੀ ਉਹ ਆਨੰਦ ਨਹੀਂ ਸੀ ਆਇਆ ਜਿਹੜਾ ਅੱਜ ਹੁਣ ਆ ਰਿਹਾ ਹੈ। ਤੁਹਾਡੇ ਪ੍ਰਤਾਪ ਕਰਕੇ ਤੁਹਾਡੇ ਅੰਦਰ ਜਿਹੜੀ ਤਾਰ ਛਿੜੀ ਹੋਈ ਹੈ ਸੰਗੀਤ ਦੀ, ਨਾਮ ਦੀ, ਉਹ ਸਾਨੂੰ ਵੀ ਹੁਣ ਖਿੱਚ ਰਹੀ ਹੈ। ਹੁਣ ਤਾਂ ਇਉਂ ਲੱਗਦਾ ਵੀ ਤੁਹਾਡੇ ਵਿੱਚ ਹੀ ਸਮਾ ਜਾਈਏ, ਇੰਨਾ ਆਨੰਦ ਆ ਰਿਹਾ ਹੈ। ਸੋ ਤੁਸੀਂ ਦੇਖਿਆ ਹੋਵੇਗਾ ਸੁਗੰਧੀ ਜਦੋਂ ਫੁੱਲਾਂ ਦੀ ਆਉਂਦੀ, ਮਹਿਕ ਆਉਂਦੀ ਹੈ, ਚਿੱਤ ਕਰਦਾ ਹੁਣ ਫੁੱਲਾਂ ਨੂੰ ਹੀ ਖਾ ਜਾਈਏ, ਪਰ ਫੁੱਲਾਂ ਨੂੰ ਕੀ ਖਾਵਾਂਗੇ। ਸੁਗੰਧੀ ਦਾ ਆਪਣਾ ਮਹਾਤਮ ਹੈ। ਉਹ ਕਹਿੰਦੇ ਇਉਂ ਲੱਗਦਾ ਹੈ ਵੀ ਤੁਹਾਡੇ ਵਿੱਚ ਹੀ ਸਮਾ ਜਾਈਏ। ਮਹਾਰਾਜ ਤੁਹਾਡੇ ਕੋਲ ਆਇਆ, ਬੜਾ ਆਨੰਦ ਪ੍ਰਾਪਤ ਹੋ ਰਿਹਾ।
ਪਹਿਲਾਂ ਨਹੀਂ ਸੀ ਕੁਝ ਇੱਦਾਂ ਹੋਇਆ। ਦਰਸ ਬਿਲੋਕਿਓ ਤੁਮਰਾ ਜਬ ਤੇ, ਦਰਸ਼ਨ ਦੇਖ ਦੇਖ ਕੇ ਤਾਂ ਸਾਰੀਆਂ ਭੁੱਖਾਂ ਲਹਿੰਦੀਆਂ ਜਾਂਦੀਆਂ ਨੇ। ਹੁਣ ਕੋਈ ਸੰਸਾਰ ਦੀ ਭੁੱਖ ਨਹੀਂ ਰਹਿ ਗਈ। ਦੀਨਾ ਨਾਥ ਦਇਆਲ ਗੁਸਾਈ, ਇਹ ਦੀਨਾ ਤੇ ਕਿਰਪਾ ਕਰਨ ਵਾਲੇ, ਤੁਸੀਂ ਹਮੇਸ਼ਾ ਹੀ ਜਿਹੜਾ ਵੀ ਨਿਰਮਾਣ ਪੂਰਵਕ ਹੋ ਕੇ ਤੁਹਾਡੀ ਸ਼ਰਨ ਤੱਕਦਾ ਹੈ ਨਾ, ਜਿਹੜਾ ਇੱਕ ਵਾਰੀ ਇਹ ਕਹਿ ਦੇ ਕਿ ਮਹਾਰਾਜ ਤੁਹਾਡਾ ਹੀ ਆਸਰਾ ਹੈ, ਹੋਰ ਕੋਈ ਆਸਰਾ ਨਹੀਂ, ਤੁਸੀਂ ਇਹੋ ਹੀ ਆਪਣੇ ਬਚਨ ਦੀ ਦਾਜ ਰੱਖ ਕੇ ਉਹਦੀ ਲਾਜ ਰੱਖਦੇ ਹੋ, ਉਹਨੂੰ ਬਚਾ ਲੈਂਦੇ ਹੋ ਇਸ ਭਵ ਸਾਗਰ ਵਿੱਚੋਂ। ਇਹ ਦੀਨ ਦਿਆਲੂ ਤੁਸੀਂ ਕਿਰਪਾ ਕਰੋ। ਇਹ ਮਾਲਕ ਜੀ ਭਗਤ ਵਸ਼ਲ ਤੁਮ ਬਿਰਧ ਸਦਾਈ, ਤੁਸੀਂ ਭਗਤਾਂ ਦੇ ਪਿਆਰੇ ਹੋ, ਭਗਤਾਂ ਨਾਲ ਬਹੁਤਾ ਤੁਹਾਡਾ ਸੰਬੰਧ ਹੈ। ਪਰ ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ ਕਿ ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਔਰ ਧਾਰ ਹਉ। ਭਾਈ ਗੁਰਦਾਸ ਜੀ ਕਹਿੰਦੇ ਹੈ ਕਿ ਇਹ ਗੁਰੂ ਨਾਨਕ ਦੇਵ ਜੀ, ਇਹ ਪ੍ਰਭੂ ਪਰਮੇਸ਼ਵਰ ਜੀ, ਜਦੋਂ ਅਸੀਂ ਸੁਣਦੇ ਹਾਂ ਨਾ ਤੁਸੀਂ ਭਗਤਾਂ ਦੇ ਪਿਆਰੇ ਹੋ, ਸਾਡਾ ਮਨ ਟੁੱਟ ਜਾਂਦਾ ਹੈ, ਕਿਉਂਕਿ ਅਸੀਂ ਤਾਂ ਭਗਤ ਵੀ ਨਹੀਂ ਆ ਤੁਹਾਡੇ। ਭਗਤ ਬਣਨਾ ਕੋਈ ਖੇਡ ਥੋੜ੍ਹੀ ਹੈ, ਕੋਈ ਮਖੌਲ ਥੋੜ੍ਹੀ ਹੈ ਭਗਤ ਬਣਨਾ। ਅਸੀਂ ਤਾਂ ਤੁਹਾਡੇ ਭਗਤ ਵੀ ਨਹੀਂ ਹੈਗੇ ਹਾਂ। ਜਦੋਂ ਅਸੀਂ ਸੁਣਦੇ ਹਾਂ ਅੰਤਰਜਾਮੀ ਸੁਣ ਕੰਪਤਹੁ ਅੰਤਰਗਤ, ਜਦੋਂ ਸੁਣਦੇ ਹਾਂ ਵੀ ਉਹ ਅੰਤਰਜਾਮੀ ਹੈ, ਸੁਣ ਕੇ ਕਹਿੰਦੇ ਅਸੀਂ ਕੰਬ ਜਾਂਦੇ ਇੱਕ ਵਾਰੀ ਵੀ ਉਹ ਤਾਂ ਫਿਰ ਸਾਡੀਆਂ ਸਾਰੀਆਂ ਗੱਲਾਂ ਸੁਣਦਾ ਹੋਏਗਾ। ਕਿਉਂਕਿ ਬੰਦਾ ਜੇਕਰ ਬੰਦੇ ਦੇ ਮਨ ਦੀ ਗੱਲ ਬੁੱਝ ਲਏ ਨਾ ਤੇ ਸੰਬੰਧ ਕਦੇ ਹੋ ਨਹੀਂ ਸਕਦਾ ਕਿਸੇ ਨਾਲ। ਮਿੱਤਰ ਮਿੱਤਰ ਨਹੀਂ ਰਹਿ ਜਾਏਗਾ, ਭਰਾ ਭਰਾ ਨਹੀਂ ਰਹਿ ਜਾਏਗਾ, ਕਿਉਂਕਿ ਮਨ ਵਿੱਚ ਕਦੇ ਨਾ ਕੁਝ ਬੁਰੇ ਖਿਆਲ ਆ ਹੀ ਜਾਂਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਦੋਂ ਅਸੀਂ ਸੋਚਦੇ ਹਾਂ ਸੁਣਦੇ ਹਾਂ ਕਿ ਉਹ ਅੰਤਰਜਾਮੀ ਹੈ, ਮੈਂ ਕੰਬ ਜਾਂਦਾ ਹਾਂ, ਪਰ ਫਿਰ ਦੀਨ ਕੋ ਦਇਆਲ ਸੁਣ ਆਸਾ ਔਰ ਧਾਰ ਹਾਂ, ਜਦੋਂ ਸੁਣਦਾ ਉਹ ਦੀਨਾਂ 'ਤੇ ਕਿਰਪਾ ਕਰ ਦਿੰਦਾ ਹੈ। ਉਹ ਫਿਰ ਵੀ ਰਹਿਮਤ ਕਰੀ ਜਾਂਦਾ ਹੈ, ਉਹਦਾ ਫਿਰ ਵੀ ਸੁਭਾਅ ਇਹੋ ਜਿਹਾ, ਫਿਰ ਵੀ ਭੁੱਲ ਜਾਂਦਾ ਹੈ। ਅਤੇ ਇਹ ਸੁਣ ਕੇ ਕਹਿਣ ਲੱਗੇ ਫਿਰ ਅਸੀਂ ਆਸਾ ਧਾਰਦੇ ਹਾਂ। ਅਤੇ ਇਹੋ ਹੀ ਇੱਥੇ ਗੱਲ ਜੋਗੀ ਕਹਿ ਰਹੇ ਹੈ ਕਿ ਤੁਸੀਂ ਭਗਤਾਂ ਦੇ ਪਿਆਰੇ ਹੋ, ਦੀਨਾਂ 'ਤੇ ਕਿਰਪਾ ਕਰਨ ਵਾਲੇ ਹੋ। ਕੋਈ ਪਤਿਤ ਵੀ ਆ ਜਾਏ, ਕੋਈ ਦੁਸ਼ਟ ਬਿਰਤੀ ਵਾਲਾ ਵੀ ਆ ਜਾਏ, ਜੇਕਰ ਉਹ ਵੀ ਤੁਹਾਡਾ ਆਸਰਾ ਤੱਕ ਲਏ, ਉਹਦੇ 'ਤੇ ਵੀ ਤੁਸੀਂ ਆਨੰਦ ਦੀ ਵਰਖਾ ਕਰ ਦਿੰਦੇ ਹੋ। ਇਹ ਤੁਹਾਡਾ ਪ੍ਰਤਾਪ ਹੈ। ਸੰਜਮ ਜਪ ਤਪ ਸੰਜਮ ਅਦਕ ਜੋ, ਕੀਨੇ ਹਮ ਹਿਤ ਲਾਏ। ਮਹਾਰਾਜ ਜੀ ਅਸੀਂ ਬੜੇ ਜਪ ਕੀਤੇ ਹੈ। ਜਪ ਕਿਹਨੂੰ ਕਿਹਾ ਜਾਂਦਾ? ਜੋ ਇੱਕ ਸ਼ਬਦ ਦਾ ਵਾਰ-ਵਾਰ ਅਭਿਆਸ ਕਰਨਾ, ਉਹਨੂੰ ਜਪ ਕਹਿੰਦੇ ਆ। ਤਪ ਕਿਹਨੂੰ ਕਹਿੰਦੇ ਹੈ? ਜੋ ਸਰੀਰ ਨੂੰ ਕਸ਼ਟ ਦੇਣਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਸ਼ਟ ਯੋਗ। ਸਰੀਰ ਨੂੰ ਕਸ਼ਟ ਦੇਣਾ, ਭੁੱਖਿਆਂ ਰਹਿਣਾ, ਫਿਰ ਤਰ੍ਹਾਂ ਤਰ੍ਹਾਂ ਦੇ ਸਰੀਰ ਨੂੰ ਕਸ਼ਟ ਦੇਣੇ, ਮਨ ਹਠ ਕਰਨਾ, ਇਹਨੂੰ ਤਪ ਕਹਿੰਦੇ ਹੈ। ਸੰਜਮ ਕੀ ਹੈ? ਜਿਵੇਂ ਕੋਈ ਬਹੁਤਾ ਘੱਟ ਪ੍ਰਸ਼ਾਦਾ ਛਕੇ, ਫਿਰ ਇਸ ਪ੍ਰਕਾਰ ਆਪ ਦਾ ਕੁਝ ਨੇਮ ਬਣਾਏ ਵੀ ਇੰਨੇ ਨੇਮ 'ਤੇ ਮੈਂ ਉੱਠਣਾ ਹੈ। ਸੋ ਸੰਜਮ ਵਿੱਚ ਸਭ ਕੁਝ ਸੰਕੋਚ ਲੈਣਾ, ਆਪ ਦੇ ਇੰਦਰੀਆਂ ਨੂੰ ਵਿਵਰਜਿਤ ਕਰਕੇ ਰੱਖਣਾ, ਇਹ ਸੰਜਮ ਦੀ ਦਸ਼ਾ ਹੈ। ਕਹਿਣ ਲੱਗੇ ਅਸੀਂ ਸਾਰਾ ਕੁਛ ਕੀਤਾ ਸੀ ਮਨ ਲਗਾ ਕੇ, ਪਰ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਸਫਲ ਭਏ ਹੈ ਆਜ ਜੋ, ਸੋ ਤੁਮਰਾ ਦਰਸ਼ਨ ਪਾਏ। ਕਹਿਣ ਲੱਗੇ ਸਾਰਾ ਕੁਛ ਅਸੀਂ ਪਹਿਲਾਂ ਕੀਤਾ ਹੈ, ਪਰ ਉਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਸਾਨੂੰ ਕੁਝ ਆਨੰਦ ਨਹੀਂ ਸੀ ਮਿਲ ਰਿਹਾ। ਜੋ ਅੱਜ ਆਨੰਦ ਬਣਿਆ ਹੋਇਆ ਹੈ ਨਾ, ਉਹ ਸਾਰਾ ਕੁਛ ਕਰਨ ਦੇ ਬਾਵਜੂਦ ਵੀ ਉਹ ਖੇਡ ਨਹੀਂ ਸੀ ਬਣੀ ਜਿਹੜੀ ਅੱਜ ਬਣ ਗਈ ਹੈ। ਅਤੇ ਹੁੰਦਾ ਵੀ ਇਸੇ ਤਰ੍ਹਾਂ ਹੈ। ਜਦੋਂ ਮਨੁੱਖ ਖੇਤੀ ਵਾਹੁੰਦਾ ਹੈ, ਜਦੋਂ ਵੱਤਰ ਆ ਜਾਂਦਾ ਹੈ, ਫਿਰ ਹੀ ਬੀਜ ਬੀਜਿਆ ਜਾਂਦਾ ਹੈ। ਜੇਕਰ ਕੋਈ ਕਹੇ ਉੱਦਾਂ ਹੀ ਬੀਜ ਦਈਏ, ਉੱਗ ਤੇ ਜਾਵੇਗਾ ਪਰ ਬਹੁਤਾ ਚਿਰ ਸਥਿਰ ਨਹੀਂ ਰਹੇਗਾ, ਜਾਂ ਤਾਂ ਉਹ ਵੈਸੇ ਖਰਾਬ ਹੋ ਜਾਏਗਾ ਜਾਂ ਉੱਗੇਗਾ ਹੀ ਨਾ। ਪਰ ਜਿਹੜਾ ਖੇਤੀ ਨੂੰ ਬੀਜਿਆ ਹੈ, ਵੱਤਰ ਲਿਆਂਦਾ ਹੈ, ਉਹ ਫਿਰ ਨਾਮ ਬੀਜਿਆ ਹੋਇਆ ਅਸਰਦਾਇਕ ਹੈ। ਜਿਹੜਾ ਨਾਮ ਦੇ ਜਪਣ ਨਾਲ ਬਾਣੀ ਵੀ ਪੜ੍ਹਦਾ ਹੈ, ਨਾਲੇ ਕਥਾ ਕੀਰਤਨ ਸਾਧ ਸੰਗਤ ਕਰਦਾ ਹੈ, ਸੇਵਾ ਵੀ ਕਰਦਾ ਹੈ ਭਾਵਨਾ ਨਾਲ, ਨਿਸ਼ਕਾਮੀ ਹੋ ਕੇ। ਇੱਕ ਤਾਂ ਹੁੰਦੀ ਹੈ ਨਾ ਕਾਮਨਾ ਦੇ ਸਹਿਤ ਵੀ ਮੇਰਾ ਆਹ ਕਾਰਜ ਸਿੱਧ ਹੋ ਜਾਏ, ਫਿਰ ਮੈਂ ਤੇਰੇ ਦਰ 'ਤੇ ਨਹੀਂ ਸੇਵਾ ਕਰਾਂਗਾ, 40 ਦਿਨ ਕਰਾਂਗਾ। ਇਸ ਤਰ੍ਹਾਂ ਦੇ ਕੋਈ ਆਪਾਂ ਸੌਦੇ ਕਰ ਹੀ ਲੈਂਦੇ ਹਾਂ ਗੁਰੂ ਨਾਲ ਵੀ। ਪਰ ਨਹੀਂ, ਜਿਹੜਾ ਨਿਸ਼ਕਾਮੀ ਹੋ ਕੇ ਕਹਿੰਦਾ ਮਹਾਰਾਜ ਜੋ ਤੂੰ ਕਰਾਏ ਮੈਂ ਕਰਨ ਵਾਸਤੇ ਤਿਆਰ ਹਾਂ, ਮੇਰੇ ਵਿੱਚ ਆਪਣੀ ਤਾਕਤ ਕੋਈ ਨਹੀਂ। ਤਾਂ ਕਹਿਣ ਲੱਗੇ ਅਸੀਂ ਬੜੇ ਸਾਧਨ ਕੀਤੇ, ਸਭ ਕੁਝ ਕਰਨ ਦੇ ਬਾਵਜੂਦ ਵੀ ਕਹਿੰਦੇ ਹੈ ਜਿਹੜਾ ਆਨੰਦ ਬਣਿਆ ਨਾ, ਉਹ ਅੱਜ ਹੀ ਬਣਿਆ ਹੈ, ਪਹਿਲਾਂ ਨਹੀਂ ਸੀ ਬਣਿਆ। ਚੌਪਈ
ਸ਼੍ਰੀ ਪ੍ਰਭੂ ਭਾਨੈ ਧੰਨ ਸਤ ਸੰਗਾ। ਸ਼੍ਰੀ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੁਸੀਂ ਧੰਨ ਹੋ, ਤੁਹਾਡਾ ਇੰਨਾ ਮਿਲਾਪ, ਇੰਨਾ ਤੁਹਾਡਾ ਇਕੱਠ ਦੇਖ ਕੇ ਅਸੀਂ ਧੰਨ ਕਹਿੰਦੇ ਹਾਂ ਤੁਹਾਨੂੰ। ਨਹੀਂ ਤੇ ਦੋ ਆਦਮੀ ਇਕੱਠੇ ਨਹੀਂ ਰਹਿ ਸਕਦੇ ਹੈ, ਆਪਣੇ ਵਿੱਚ ਈਰਖਾ ਫੈਲ ਜਾਂਦੀ ਹੈ, ਆਪਣੇ ਵਿੱਚ ਹੀ ਲੜ ਝਗੜ ਪੈਂਦੇ ਹੈ। ਪਰ ਕਹਿਣ ਲੱਗੇ ਤੁਸੀਂ ਇੰਨੇ ਜਾਣੇ ਇਕੱਠੇ ਰਹਿ ਰਹੇ ਹੋ, ਇੰਨੇ ਜਾਣਿਆਂ ਦਾ ਤੁਹਾਡਾ ਸੁਮੇਲ ਬਣਿਆ, ਇਹ ਦੇਖ ਕੇ ਤੇ ਤੁਹਾਨੂੰ ਧੰਨ ਹੀ ਕਹਿਣਾ ਪਵੇਗਾ। ਅੱਜ ਦੇ ਸਮੇਂ ਵਿੱਚ ਜਿਹੜਾ ਕੋਈ ਪਰਿਵਾਰ ਆਪਸ ਵਿੱਚ ਬੜੇ ਖੁਸ਼ੀ ਨਾਲ ਰਹਿ ਰਿਹਾ ਹੈ, ਲੜਾਈ ਕਲੇਸ਼ ਤੋਂ ਬਿਨਾਂ ਰਹਿ ਰਿਹਾ ਹੈ, ਉਹਦੇ ਵਿੱਚ ਵੀ ਕੁਝ ਨਾ ਕੁਝ ਕਾਰਨ ਹੋਏਗਾ। ਉਹ ਬਹੁਤਾ ਕੁਝ ਨਾ ਕੁਝ ਉਹਨਾਂ ਵਿੱਚ ਸਿਆਣਪ ਹੋਏਗੀ, ਕੁਝ ਉਸ ਘਰ ਵਿੱਚ ਸੁੱਖ ਹੋਏਗਾ। ਪਰ ਜਿਹੜੇ ਘਰ ਵਿੱਚ ਦੁੱਖ ਹੈ, ਭਾਵੇਂ ਜਿੰਨੇ ਮਰਜ਼ੀ ਜੀ ਰਹਿੰਦੇ ਹੈ, ਉਹ ਰਹਿਣ ਦਾ ਕੋਈ ਫਾਇਦਾ ਤਾਂ ਨਹੀਂ ਦਿਸਦਾ। ਉਦੋਂ ਤਾਂ ਇਉਂ ਲੱਗਦਾ ਵੀ ਇਹ ਘਰ ਛੱਡ ਦਈਏ, ਕਿਉਂਕਿ ਦੁੱਖ ਵਿੱਚ ਕਿਹੜਾ ਰਹਿਣਾ ਚਾਹੁੰਦਾ ਹੈ, ਕੋਈ ਨਹੀਂ ਰਹੇਗਾ। ਪਰ ਸਤਿਗੁਰੂ ਕਹਿੰਦੇ ਹੈ ਤੁਸੀਂ ਧੰਨ ਹੋ, ਇੰਨੇ ਜਾਣਿਆਂ ਦਾ ਤੁਹਾਡਾ ਮੇਲ ਹੈ, ਪਰ ਫਿਰ ਵੀ ਇੰਨੇ ਪ੍ਰੇਮ ਨਾਲ ਇੱਕ ਦੂਜੇ ਦੀ ਗੱਲ ਨੂੰ ਸਮਝਣ ਵਾਲੇ ਹੋ। ਧੰਨ ਹੋ ਤੁਸੀਂ ਜਿਸ ਹੈ ਚੜ੍ਹੇ ਨਾਮ ਕੋ ਰੰਗਾ। ਕਹਿਣ ਲੱਗੇ ਜਦੋਂ ਪ੍ਰੇਮ ਪੈ ਜਾਏ ਨਾ, ਜਦੋਂ ਸਰੀਰਾਂ ਦਾ ਮੋਹ ਉਤਰ ਜਾਏ, ਜਦੋਂ ਸਰੀਰਾਂ ਦੀ ਅਧਿਆਸਤਾ ਖਤਮ ਹੋ ਜਾਏ, ਉਦੋਂ ਪ੍ਰੇਮ ਦਾ ਰੰਗ ਚੜ੍ਹਦਾ ਹੈ। ਜਿੰਨਾ ਚਿਰ ਤਾਂ ਪ੍ਰੇਮ ਦਾ ਸੰਬੰਧ ਹੈ, ਜਿੰਨਾ ਚਿਰ ਸਰੀਰ ਦਾ ਸੰਬੰਧ ਹੈ, ਉਹਨਾਂ ਚਿਰ ਪ੍ਰੇਮ ਕਦੇ ਨਹੀਂ ਉੱਜਲ ਹੋਏਗਾ। ਕਦੇ ਪ੍ਰੇਮ ਜਿਹੜਾ ਹੈ ਸਾਫ਼ ਨਹੀਂ ਹੋ ਸਕਦਾ, ਉਹਦੇ ਵਿੱਚ ਮਲੀਨਤਾ ਹੋਏਗੀ, ਉਹਦੇ ਵਿੱਚ ਕਾਮੁਕਤਾ ਹੋਏਗੀ। ਪਰ ਜਿੰਨਾ ਚਿਰ ਸਰੀਰ ਨਾਲ ਸੰਬੰਧ ਹੈ, ਪ੍ਰੇਮ ਨਹੀਂ ਉਪਜ ਸਕਦਾ। ਇਸ ਕਰਕੇ ਜਿਹਨੇ ਸਰੀਰ ਨਾਲ ਲਗਾਅ ਤੋੜ ਕੇ ਆਤਮੇ ਖੁਸ਼ੀ ਨਾਲ ਪ੍ਰੇਮ ਕੀਤਾ, ਸੋ ਉਹ ਆਨੰਦ ਜਿਹੜਾ ਹੈ, ਐਸਾ ਪ੍ਰੇਮ ਕਦੇ ਉਤਰਦਾ ਨਹੀਂ। ਸੋ ਕਹਿਣ ਲੱਗੇ ਜਿਸਮੈ ਚੜ੍ਹੇ ਨਾਮ ਕੋ ਰੰਗਾ। ਭਾਈ ਗੁਰਦਾਸ ਜੀ ਨੇ ਕਿਹਾ ਹੈ ਨਾ ਕਿ ਲਹਿਲਾ ਦੀ ਦਰਗਾਹ ਦਾ, ਸੋ ਜਿਹੜੀ ਲਹਿਲਾ ਸੀ ਉਹਦੀ ਦਰਗਾਹ ਦਾ ਜੋ ਕੁੱਤਾ ਸੀ, ਮਜਨੂ ਉਹਦੇ ਮੱਥੇ ਟੇਕਦਾ ਸੀ। ਇਸ ਨੂੰ ਕੋਈ ਗਲਤ ਨਾ ਸਮਝਣਾ। ਸੋ ਇਹਦੀ ਉਦਾਹਰਣ ਬੜੀ ਸੋਹਣੀ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਕਿ ਉਹ ਮਜਨੂ ਕਹਿੰਦਾ ਹੈ ਕਿ ਦੇਖੋ ਲਹਿਲਾ ਦੇ ਘਰ ਮੈਂ ਤਾਂ ਜਾ ਨਹੀਂ ਸਕਦਾ, ਕਿਉਂਕਿ ਮੇਰਾ ਉੱਥੇ ਆਵਾਗਮਨ ਹੈ ਨਹੀਂ, ਮੈਨੂੰ ਉੱਥੇ ਪਾਬੰਦੀ ਲੱਗੀ ਹੋਈ ਹੈ। ਪਰ ਮੇਰੇ ਨਾਲ ਤਾਂ ਇਹ ਕੁੱਤਾ ਚੰਗਾ ਹੈ, ਰੋਜ਼ ਉਹਦੇ ਘਰੋਂ ਆਉਂਦਾ ਹੈ। ਉਹ ਉਸ ਕੁੱਤੇ ਨੂੰ ਮੱਥਾ ਟੇਕਦਾ ਪਿਆ। ਲੋਕ ਹੱਸਦੇ ਹੈ ਵੀ ਮਜਨੂ ਪਾਗਲ ਹੋ ਗਿਆ, ਇਹ ਕੀ ਕਮਲੀਆਂ ਵਾਲੀਆਂ ਗੱਲਾਂ ਕਰਦਾ ਹੈ, ਕੁੱਤੇ ਨੂੰ ਮੱਥਾ ਟੇਕਦਾ। ਸਿੱਖ ਜਿਹੜਾ ਹੈ ਨਾ, ਸੱਚਾ ਸਿੱਖ ਹੈ, ਉਹ ਤੇ ਜਿਹੜਾ ਗੁਰੂ ਦਰਬਾਰ ਵਿੱਚੋਂ ਆਉਂਦਾ ਹੈ, ਉਹਦੇ ਅੱਗੇ ਮੱਥੇ ਟੇਕਦਾ, ਉਹਨੂੰ ਨਮਸਕਾਰਾਂ ਕਰਦਾ, ਫਤਿਹ ਬੁਲਾਉਂਦਾ ਹੈ। ਪਰ ਸਾਡੀ ਕੀ ਦੁਰਦਸ਼ਾ ਹੋਈ ਪਈ ਹੈ, ਅਸੀਂ ਤੇ ਗੁਰੂ ਸਾਹਿਬ ਨੂੰ ਹੀ ਭੁੱਲੇ ਪਏ ਹਾਂ। ਗੁਰੂ ਦੇ ਸਿੱਖਾਂ ਨਾਲ ਤਾਂ ਪ੍ਰੇਮ ਸਾਡਾ ਕੀ ਹੋਣਾ ਹੈ। ਕਹਿਣ ਲੱਗੇ ਤੁਹਾਡਾ ਇਹ ਪ੍ਰੇਮ ਦੇਖ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਹੈ ਇਹ ਤੁਹਾਡਾ ਪ੍ਰੇਮ ਸਦਾ ਹੀ ਬਣਿਆ ਰਹੇ। ਜਨਮ ਮਰਨ ਕੋ ਦੁੱਖ ਅਧਿਕਾਏ। ਜੋ ਜਨਮ ਅਤੇ ਮਰਨ ਦਾ ਦੁੱਖ ਹੈ ਨਾ ਬਹੁਤਾ ਜ਼ਿਆਦਾ, ਨਾਸਹਿ ਸਤਿਗੁਰ ਨਾਮ ਧਿਆਏ। ਉਹ ਸਭ ਨਾਸ ਹੋ ਜਾਂਦੇ ਹੈ। ਇੱਕ ਨਾਮ ਨੂੰ ਜਪਿਆਂ ਸਾਰੇ ਦੁੱਖ ਉਤਰ ਜਾਂਦੇ ਹੈ। ਕਿਉਂਕਿ ਸਰੀਰ ਦਾ ਮਰਨਾ, ਮਨੁੱਖ ਦਾ ਮਰਨਾ ਆਤਮਾ ਦਾ ਮਰਨਾ ਨਹੀਂ ਹੈ। ਇਹ ਗੱਲ ਪੱਕੀ ਹਿਰਦੇ ਵਿੱਚ ਠਾਣ ਲੈ ਕਿ ਸਰੀਰ ਮਰ ਜਾਏਗਾ ਪਰ ਤੂੰ ਨਹੀਂ ਮਰੇਗਾ। ਤੂੰ ਅਮਰ ਹੈ, ਤੂੰ ਕਦੇ ਨਹੀਂ ਜਾਣ ਵਾਲਾ। ਭਾਵੇਂ ਸਾਰਾ ਕੁਛ ਚਲਾ ਜਾਏ ਪਰ ਆਤਮਾ ਕਦੇ ਨਹੀਂ ਮਰਦੀ ਹੈ। ਤੂੰ ਸਰੀਰ ਹੈ ਹੀ ਨਹੀਂ ਹੈ, ਨਾ ਤੂੰ ਸੂਖਸ਼ਮ ਸਰੀਰ ਹੈ, ਨਾ ਤੂੰ ਅਸਥੂਲ ਸਰੀਰ ਹੈ। ਤੂੰ ਇੱਕ ਪ੍ਰਕਾਸ਼ ਹੈ, ਊਰਜਾ ਹੈ, ਜਿਸ ਦੁਆਰਾ ਸਰੀਰ ਚੱਲਦਾ ਪਿਆ ਹੈ, ਤੂੰ ਉਹ ਹੈ। ਅੱਖਾਂ ਜੋ ਦੇਖ ਰਹੀਆਂ ਨੇ ਉਹ ਤੂੰ ਨਹੀਂ ਹੈ, ਜੋ ਦੇਖ ਰਿਹਾ ਹੈ ਉਹ ਤੂੰ ਹੈ। ਇਹ ਨਾ ਸੋਚ ਕਿ ਖੌਰੇ ਅੱਖਾਂ ਨੇ, ਖੌਰੇ ਇਹੋ ਹੀ ਮੈਂ ਹਾਂ। ਨਹੀਂ, ਅੱਖਾਂ ਦੇ ਵਿੱਚ ਜੋ ਦੇਖਣ ਵਾਲਾ ਦ੍ਰਿਸ਼ਟਾ ਹੈ ਤੂੰ ਉਹ ਹੈ। ਇਸ ਕਰਕੇ ਸਤਿਗੁਰੂ ਕਹਿ ਲੱਗੇ ਸਰੀਰ ਤਾਂ ਜਾਏਗਾ ਜਾਏਗਾ ਪਰ ਤੂੰ ਨਹੀਂ ਜਾਏਗਾ। ਜਿਹਨੇ ਨਾਮ ਜਪਿਆ ਉਹ ਆਪਣੇ ਆਪ ਨੂੰ ਸਮਝ ਲੈਂਦਾ, ਜਾਣ ਲੈਂਦਾ, ਪਹਿਚਾਣ ਲੈਂਦਾ, ਫਿਰ ਉਹ ਕਦੇ ਨਹੀਂ ਖਤਮ ਹੁੰਦਾ। ਜਨਮ ਮਰਨ ਉਹਦਾ ਇੱਕ ਤਾਂ ਉਹਦੇ ਵਾਸਤੇ ਮਖੌਲ ਹੀ ਹੋ ਜਾਂਦਾ। ਉਹਦੇ ਸਾਹਮਣੇ ਇਹ ਹਾਲਤ ਹੁੰਦੀ ਹੈ ਜਿਵੇਂ ਕਲਗੀਧਰ ਜੀ ਨੂੰ ਕਿਹਾ ਸੀ ਨਾ ਭਾਈ ਪਰਮ ਸਿੰਘ ਜੀ ਤੇ ਧਰਮ ਸਿੰਘ ਜੀ ਨੇ ਕਿ ਸਤਿਗੁਰੂ ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਾਰਾ ਪਰਿਵਾਰ ਉਜੜ ਗਿਆ, ਆਪ ਮਹਾਰਾਜ ਅਜੇ ਵੀ ਖੁਸ਼ ਹੋ ਰਹੇ ਹੋ, ਅਜੇ ਵੀ ਇਸੇ ਤਰ੍ਹਾਂ। ਕਹਿੰਦੇ ਹੋਏ ਭਾਈ ਪਰਮ ਸਿੰਘ ਤੇ ਧਰਮ ਸਿੰਘ ਜੀ ਤਾਂ ਨੇਤਰਾਂ ਵਿੱਚੋਂ ਵੈਰਾਗ ਆ ਰਿਹਾ ਸੀ। ਸਤਿਗੁਰੂ ਜੀ ਉਹਨਾਂ ਦੇ ਇਸ ਮੋਹ ਨੂੰ ਤੋੜਨ ਵਾਸਤੇ ਕਹਿਣ ਲੱਗੇ ਭਾਈ ਜੀ ਤੁਸੀਂ ਨਾ ਜ਼ਮੀਨ 'ਤੇ ਲਕੀਰਾਂ ਕੱਢੋ,
ਉਹਨਾਂ ਨੇ ਲਕੀਰਾਂ ਵਾਹੁਣੀਆਂ ਸ਼ੁਰੂ ਕੀਤੀਆਂ। ਕਹਿਣ ਲੱਗੇ ਹੁਣ ਮੇਟ ਦਿਓ। ਉਹਨਾਂ ਨੇ ਮੇਟ ਦਿੱਤੀਆਂ। ਸਤਿਗੁਰੂ ਕਹਿਣ ਲੱਗੇ ਲਕੀਰਾਂ ਵਾਹੁਣ ਤੋਂ ਤੁਹਾਨੂੰ ਕੋਈ ਸੁਖੀ ਆਨੰਦ ਪ੍ਰਾਪਤ ਹੋਇਆ, ਕੁਝ ਤੁਹਾਨੂੰ ਖੁਸ਼ੀ ਹੋਈ? ਕਹਿਣ ਲੱਗੇ ਕਾਹਦੀ ਖੁਸ਼ੀ ਹੋਣੀ ਸੀ ਮਹਾਰਾਜ, ਲਕੀਰਾਂ ਵਾਹ ਕੇ ਕੀ ਆਨੰਦ ਹੋਣਾ? ਕਹਿਣ ਲੱਗੇ ਮੇਟਣ ਲੱਗਿਆ ਕੋਈ ਸੋਗ ਹੋਇਆ? ਕਹਿਣ ਲੱਗੇ ਮਹਾਰਾਜ ਕਾਹਦਾ ਸੋਗ ਹੋਣਾ ਸੀ? ਸਤਿਗੁਰੂ ਕਹਿਣ ਲੱਗੇ ਇਹ ਸਾਡੀ ਦਸ਼ਾ ਹੋਈ ਹੈ। ਭਾਵੇਂ ਕੋਈ ਜੰਮਦਾ ਹੈ, ਕੋਈ ਮਰਦਾ ਹੈ, ਅਸੀਂ ਉਸ ਵਿੱਚ ਨਹੀਂ ਤੱਕਦੇ ਹਾਂ। ਅਸੀਂ ਤੇ ਉਹਨੂੰ ਦੇਖਦੇ ਹਾਂ ਜੋ ਪਹਿਲਾਂ ਵੀ ਹੈ ਸੀ, ਸਰੀਰ ਦੇ ਜਨਮ ਤੋਂ ਜੋ ਪਹਿਲਾਂ ਵੀ ਸੀ, ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਜੋ ਸੀ, ਅਸੀਂ ਤੇ ਉਹਨੂੰ ਤੱਕਦੇ ਹਾਂ। ਉਹ ਸਾਰਿਆਂ ਵਿੱਚ ਇੱਕ ਹੈ। ਇਹ ਜਿਹਨੇ ਜਾਣ ਲਿਆ ਉਹ ਜਨਮ ਮਰਨ ਵਿੱਚ ਨਹੀਂ ਆਵੇਗਾ। ਧੰਨ ਸੇ ਪਰਮੇਸ਼ਰ ਗੁਣ ਸਿਮਰਨ ਸਪ੍ਰੀਤਾ। ਕਹਿਣ ਲੱਗੇ ਜਿਹੜੇ ਪਰਮੇਸ਼ਰ ਦੇ ਗੁਣ ਹੈ ਨਾ, ਉਹਨੂੰ ਤੁਸੀਂ ਪ੍ਰੇਮ ਨਾਲ ਸਹਿਤ ਪ੍ਰੀਤੀ ਦੇ ਜਪਿਆ ਕਰੋ। ਧੰਨ ਸੇ ਨਰ ਉਰ ਧਾਰੈ ਨੀਤਾ। ਸਤਿਗੁਰੂ ਕਹਿਣ ਲੱਗੇ ਉਹ ਵੀ ਮਨੁੱਖ ਧੰਨ ਹੈ ਜਿਹੜੇ ਰੋਜ਼ ਨਾਮ ਜਪਦੇ ਹੈ, ਰੋਜ਼ ਗੁਰੂ ਨੂੰ ਯਾਦ ਕਰਦੇ, ਉਹ ਧੰਨ ਹੈ। ਭਾਈ ਗੁਰਦਾਸ ਜੀ ਨੇ ਤੇ ਬਹੁਤ ਕੁਝ ਉਹਨਾਂ ਦੇ ਪਰਥਾਏ ਕਿਹਾ ਹੈ। ਕਹਿਣ ਲੱਗੇ ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜੀ ਬਣਾ ਦਿਓ। ਸਤਿਗੁਰੂ ਜੀ ਨੇ ਵੀ ਕਿਹਾ ਹੈ ਨਾ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਅਸੀਂ ਉਹਨਾਂ ਦੀ ਧੂੜੀ ਮੰਗਦੇ ਹਾਂ ਜਿਹੜੇ ਆਪ ਜਪਦੇ ਹੈ ਤੇ ਉਹਨਾਂ ਨੂੰ ਜਪਾਉਂਦੇ ਹੈ। ਤੇ ਸਤਿਗੁਰੂ ਕਹਿਣ ਲੱਗੇ ਉਹ ਵੀ ਧੰਨ ਹੈ ਜਿਹੜੇ ਰੋਜ਼ ਪ੍ਰਭੂ ਨੂੰ ਯਾਦ ਕਰਦੇ ਨੇ, ਭੁੱਲਦੇ ਨਹੀਂ ਕਦੇ ਵਾਸਤੇ। ਇਸ ਬਿਧ ਕਹਿ ਸੁਨ 300 ਬਾਣੀ। ਇਸ ਤਰ੍ਹਾਂ ਕਹਿੰਦਿਆਂ ਹੋਇਆਂ ਬਚਨ ਬਿਲਾਸ ਕਰਦਿਆਂ ਬਿਦਾ ਰਿਖਣ ਤੇ ਭੇ ਸੁਖਦਾਨੀ। ਤਾਂ ਸਤਿਗੁਰੂ ਜੀ ਕਹਿਣ ਲੱਗੇ ਐ ਰਖੀਸਰ ਜੀ, ਐ ਦੇਵਤਿਓ, ਐ ਗੁਰਮੁਖੋ, ਹੁਣ ਸਾਨੂੰ ਆਗਿਆ ਦਿਓ। ਅਸੀਂ ਹੋਰ ਵੀ ਕਿਧਰੇ ਜਾਣਾ ਹੈ, ਹੁਣ ਸਾਨੂੰ ਤੁਸੀਂ ਆਗਿਆ ਦਿਓ। ਉਹਨਾਂ ਹੱਥ ਜੋੜ ਕੇ ਆਖਿਆ ਮਹਾਰਾਜ ਤੁਸੀਂ ਤਾਂ ਸਦਾ ਹੀ ਆਜ਼ਾਦ ਹੋ, ਤੁਹਾਨੂੰ ਅਸੀਂ ਭਲਾ ਕੌਣ ਹਾਂ ਰੋਕਣ ਹਾਰੇ। ਵੈਸੇ ਸਾਡੀ ਖਾਹਿਸ਼ ਤੇ ਸੀ ਕਿ ਤੁਸੀਂ ਸਾਨੂੰ ਹੋਰ ਦਰਸ਼ਨ ਦਿੰਦੇ। ਸਤਿਗੁਰੂ ਕਹਿਣ ਲੱਗੇ ਫੇਰ ਕਿਤੇ ਸਹੀ, ਹੁਣ ਸਾਨੂੰ ਆਗਿਆ ਦਿਓ। ਇੱਦਾਂ ਕਹਿੰਦੇ ਹੋਏ ਸਤਿਗੁਰੂ ਉੱਥੋਂ ਚੱਲ ਪਏ। ਸਭ ਹਿਨ ਸੋ ਮਿਲ ਬੰਧਨ ਕਰੀ। ਸਾਰਿਆਂ ਨੇ ਮਿਲ ਕੇ ਇੱਕੋ ਵਾਰੀ ਸਤਿਗੁਰਾਂ ਨੂੰ ਮੱਥਾ ਟੇਕ ਦਿੱਤਾ। ਜਾਨੀ ਰਿਖਣ ਸਫਲ ਸੋ ਘਰੀ। ਰਿਖੀਆਂ ਨੇ ਜਾਣ ਲਿਆ ਵੀ ਆਹ ਜਿਹੜੀ ਘੜੀ ਸੀ ਨਾ ਦੁਰਲੱਭ ਹੈ। ਇਹ ਘੜੀ ਦਾ ਜਿਹੜਾ ਆਨੰਦ ਹੈ ਨਾ ਸਾਰੀ ਜ਼ਿੰਦਗੀ ਨੂੰ ਵੇਚ ਕੇ ਵੀ ਨਹੀਂ ਮਿਲ ਸਕਦਾ। ਜਿਹੜੀ ਘੜੀ ਸਤਿਗੁਰਾਂ ਦੇ ਲੇਖੇ ਲੱਗੀ ਹੈ ਇਹ ਉਹਨਾਂ ਨੇ ਜਾਣ ਲਿਆ। ਰਿਖਨ ਦੇਹ ਤੇ ਗਮਨੇ ਤਤ ਛਿਨ ਆਏ। ਉਸ ਤੋਂ ਫਿਰ ਸਤਿਗੁਰੂ ਅਗਲੀ ਪਹਾੜੀ 'ਤੇ ਗਏ ਹੈ। ਉਹ ਹੋਰ ਪਹਾੜ ਹੈ, ਉੱਥੇ ਵੀ ਇੱਕ ਤਪੀਆ ਰਹਿੰਦਾ ਹੈ, ਉਹਦਾ ਜ਼ਿਕਰ ਵੀ ਸੁਣੋ। ਗਿਰ ਕਿਰਾਨ ਜਹ ਬਿਟਪ ਸੁਹਾਏ। ਉੱਥੇ ਵੀ ਦੱਸਦੇ ਹੈ ਕਿ ਬੜੇ ਰੁੱਖ ਲੱਗੇ ਹੋਏ ਨੇ। ਇਸ ਪਹਾੜ ਦਾ ਨਾਮ ਕਿਰਾਨ ਕਰਕੇ ਦੱਸਿਆ ਹੈ। ਇਹ ਕਿਰਾਨ ਪਹਾੜੀ 'ਤੇ ਸਤਿਗੁਰੂ ਜਦੋਂ ਗਏ ਹੈ ਉੱਥੇ ਵੀ ਤਰ੍ਹਾਂ ਤਰ੍ਹਾਂ ਦੇ ਰੁੱਖ ਲੱਗੇ। ਇੱਕ ਸਰ ਸੁੰਦਰ ਤਾਹਾਂ ਸੁਹਾਵਨ। ਉੱਥੇ ਨੇੜੇ ਇੱਕ ਸਰੋਵਰ ਸੀ, ਬਹੁਤ ਹੀ ਉਹਦਾ ਪਾਣੀ ਉਜਲਾ ਦਿਸਦਾ ਸੀ ਦੂਰੋਂ ਹੀ। ਅਤੇ ਉਹ ਪਾਣੀ ਦੇਖ ਕੇ ਨਿਰਮਲ ਨੀਰ ਅਧਿਕ ਮਨ ਭਾਵਨ। ਅਤੇ ਉਹਦਾ ਪਾਣੀ ਨਿਰਮਲ ਦੇਖ ਕੇ ਜਦੋਂ ਪਾਣੀ ਸਾਫ਼ ਦੇਖੀਏ ਨਾ ਅਤੇ ਮੱਲੋ ਜੀ ਕਰਦਾ ਕਿ ਪਾਣੀ ਪੀ ਲਈਏ ਹੁਣ। ਅਤੇ ਉਹ ਪਾਣੀ ਇੰਨਾ ਸਾਫ਼ ਸੀ, ਇੰਨਾ ਉਜਲਾ ਸੀ, ਦੇਖ ਕੇ ਦੀਨ ਦੁਨੀਆ ਦੇ ਵਾਲੀ ਬੈਠ ਗਏ। ਤਿਹ ਕੈ ਤਟ ਜਬ ਹੀ। ਉੱਥੇ ਫਿਰ ਸਤਿਗੁਰੂ ਉਸ ਸਰੋਵਰ ਦੇ ਕਿਨਾਰੇ 'ਤੇ ਬੈਠ ਗਏ ਹਨ। ਮਹਾਰਾਜ ਮਰਦਾਨਾ ਬੋਲਿਓ ਬਚ ਤਬ ਹੀ। ਮਰਦਾਨਾ ਜੀ ਆਖਣ ਲੱਗੇ ਐ ਗੁਰਦੇਵ ਸਤਿਗੁਰੂ ਜੀ ਸਾਡੀ ਬੇਨਤੀ ਸੁਣੋਗੇ ਜਰਾ। ਜਦੋਂ ਇਸ ਤਰ੍ਹਾਂ ਕਹਿਣ ਲੱਗੇ ਤਾਂ ਇਹ ਸਥਾਨ ਰਿਖ ਰਹੇ ਕਿ ਨਾਹੀ। ਮਹਾਰਾਜ ਜੀ ਇੱਥੇ ਭਲਾ ਕੋਈ ਰਹਿੰਦਾ ਹੈ ਕਿ ਨਹੀਂ ਰਹਿੰਦਾ ਹੈ? ਇੱਥੇ ਤਾਂ ਸਨਾਟਾ ਜਿਹਾ ਛਾਇਆ ਹੋਇਆ ਹੈ, ਲੱਗਦਾ ਨਹੀਂ ਕੋਈ ਇੱਥੇ ਰਹਿੰਦਾ ਹੋਏਗਾ। ਕੀ ਇੱਥੇ ਵੀ ਰਿਖੀ ਮੁਨੀ ਰਹਿੰਦੇ ਆ, ਸਾਧੂ ਜਨ ਰਹਿੰਦੇ ਆ? ਦੱਸੋਗੇ ਮੈਨੂੰ ਭਲਾ। ਇਸ ਤਰ੍ਹਾਂ ਜਦੋਂ ਆਖਿਆ ਤਾਂ ਜੇ ਕੋ ਹੋਏ ਮਿਲੋ ਪ੍ਰਭ ਤਾਂ ਹੀ। ਮਹਾਰਾਜ ਜੀ ਜੇਕਰ ਕੋਈ ਹੈ ਇੱਥੇ ਵੀ ਸਾਧੂ ਅਤੇ ਆਪਾਂ ਛੇਤੀ ਛੇਤੀ ਉਹਨੂੰ ਵੀ ਮਿਲ ਲਈਏ। ਮਹਾਰਾਜ ਬੜਾ ਆਨੰਦ ਆਉਂਦਾ ਜਦੋਂ ਤੁਸੀਂ ਉਹਨਾਂ ਬਚਨ ਬਿਲਾਸ ਕਰਦੇ ਹੋ ਨਾ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ। ਸੰਤਨ ਸੰਗ ਮਿਲਨ ਭਲ ਹੋਵਤ। ਨਾਲੇ ਵੈਸੇ ਵੀ ਤੁਸੀਂ ਕਹਿੰਦੇ ਹੋ ਕਿ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ, ਚੰਗੀ ਹੁੰਦੀ ਹੈ, ਉਹਨਾਂ ਦੀ ਸੰਗਤ ਵਿੱਚੋਂ ਰੰਗ ਚੜ੍ਹਦਾ ਹੈ। ਅਤੇ ਮਹਾਰਾਜ ਮੈਂ ਵੀ ਫਿਰ
ਉਹਨਾਂ ਦਾ ਸੰਗ ਕਰਕੇ ਨਾਲੇ ਤੁਹਾਡੇ ਬਚਨ ਬਿਲਾਸ ਸੁਣ ਕੇ ਮੈਂ ਵੀ ਨਿਰਮਲ ਹੋ ਜਾਂਦਾ ਹਾਂ। ਇਹੋ ਜਿਹੇ ਜਦੋਂ ਬਚਨ ਭਾਈ ਮਰਦਾਨਾ ਜੀ ਨੇ ਆਪ ਦੇ ਮਨ ਤੋਂ ਕੀਤੇ, ਜਿਨ ਬਚ ਜਲ ਕਲ ਮਲ ਮਲ ਧੋਵਤ, ਐਸੇ ਬਚਨ ਭਾਈ ਮਰਦਾਨਾ ਜੀ ਕਰਦੇ ਪਏ ਹੈ ਕਿ ਮਹਾਰਾਜ ਜਦੋਂ ਤੁਸੀਂ ਬਚਨ ਬਿਲਾਸ ਕਰਦੇ ਹੋ ਨਾ ਜੋਗੀਸ਼ਵਰਾਂ ਨਾਲ ਜਾਂ ਕਿਸੇ ਗੁਰਮੁਖ ਨਾਲ, ਮਹਾਰਾਜ ਜੇਕਰ ਉਹ ਬਚਨ ਕੋਈ ਮਨੁੱਖ ਤਾਂ ਕੀ ਭਲਾ ਕੋਈ ਪਸ਼ੂ ਪਕਸ਼ੀ ਵੀ ਸੁਣ ਲਏ ਨਾ, ਉਹਦਾ ਵੀ ਜਨਮ ਮਰਨ ਕੱਟਿਆ ਜਾਂਦਾ ਹੈ। ਉਹ ਵੀ ਮੁੜ ਕੇ ਇਸ 84 ਦੇ ਗੇੜ ਵਿੱਚ ਨਹੀਂ ਆਉਂਦਾ ਹੈ। ਉਹਦੇ ਸਾਰੇ ਦੁੱਖ ਉਤਰ ਜਾਂਦੇ ਹੈ। ਜਿਹੜਾ ਵੀ ਤੁਹਾਡੀ ਬਾਣੀ ਨੂੰ ਸੁਣ ਲਏ, ਪਰ ਸੁਣਨ ਵਾਲਾ ਚਿੱਤ 'ਤੇ ਹੋਏ। ਅਸੀਂ ਕੰਨਾਂ ਨਾਲ ਤਾਂ ਸੁਣਦੇ ਹਾਂ, ਪਰ ਹਿਰਦਾ ਸਾਡਾ ਹਲੇ ਖਾਲੀ ਹੈ। ਹਿਰਦਾ ਸਾਡਾ ਕੁਝ ਹੋਰ ਹੀ ਲੋਚਦਾ ਪਿਆ ਹੈ। ਜਦੋਂ ਅਸੀਂ ਹਿਰਦੇ ਕਰਕੇ ਸੁਣਿਆ ਤੇ ਫਿਰ ਖੇਡ ਅਵश्य ਬਣੇਗੀ। ਫਿਰ ਕੋਈ ਉਸ ਖੇਡ ਨੂੰ ਰੋਕ ਨਹੀਂ ਸਕਦਾ। ਉਹ ਐਸੇ ਆਨੰਦ ਸੁੱਖ ਨੂੰ ਕੋਈ ਮੇਟ ਨਹੀਂ ਸਕਦਾ। ਕਹਿਣ ਲੱਗੇ ਮਹਾਰਾਜ ਜਦੋਂ ਤੁਸੀਂ ਬੋਲਦੇ ਹੋ ਨਾ ਤੇ ਉਦੋਂ ਕੋਈ ਵੀ ਸੁਣ ਲਏ ਉਹਦੇ ਸਾਰੇ ਪਾਪ ਉਤਰ ਜਾਂਦੇ। ਦੋਹਰਾ ਇਸ ਗਿਰ ਪਰ ਰਿਖ ਏਕ ਹੈ, ਮਿਲੈ ਆਪ ਸੁਆਏ। ਸਤਿਗੁਰੂ ਜੀ ਕਹਿਣ ਲੱਗੇ ਐ ਮਰਦਾਨਾ ਜੀ, ਇਸ ਪਹਾੜੀ 'ਤੇ ਵੀ ਇੱਕ ਰਿਖੀ ਰਹਿੰਦਾ ਹੈ, ਇੱਥੇ ਵੀ ਇੱਕ ਤਪੀਆ ਰਹਿੰਦਾ ਹੈ। ਉਹ ਬਹੁਤ ਜ਼ਿਆਦਾ ਘਾਲਣਾ ਕਰਕੇ ਤੇ ਉਹਨੂੰ ਥੋੜ੍ਹਾ ਜਿਹਾ ਆਪਣਾ ਮਾਣ ਵੀ ਹੈ, ਉਹ ਆਪੇ ਇੱਥੇ ਆਵੇਗਾ। ਤੂੰ ਦੇਖੀ ਜਾ ਰੰਗ ਕਰਤਾਰ ਦੇ। ਇਹ ਸਤਿਗੁਰੂ ਜੀ ਉਦੋਂ ਕਹਿ ਦਿੰਦੇ ਸੀ ਜਦੋਂ ਮਰਦਾਨਾ ਕੁਛ ਕਹਿੰਦਾ ਸੀ ਨਾ, ਕੁਝ ਹੈਰਾਨੀਜਨਕ ਕੌਤਕ ਦੇਖ ਕੇ, ਤੇ ਫਿਰ ਸਤਿਗੁਰੂ ਕਹਿੰਦੇ ਹੁੰਦੇ ਸੀ ਮਰਦਾਨਾ ਦੇਖੀ ਚੱਲ ਰੰਗ ਕਰਤਾਰ ਦੇ। ਤਾਂ ਸਤਿਗੁਰੂ ਕਹਿਣ ਲੱਗੇ ਹੁਣ ਦੇਖ, ਉਹ ਆਵੇਗਾ ਕੁਝ ਸਮੇਂ ਬਾਅਦ। ਅਸ ਕਹਿ ਸ਼੍ਰੀ ਪ੍ਰਭੂ ਦਇਆ ਨਿਧ, ਨਹਾਣ ਲੱਗੇ ਤੇ ਥਾਏ। ਇੱਦਾਂ ਕਹਿੰਦਿਆਂ ਹੋਇਆਂ ਸਤਿਗੁਰੂ ਜੀ ਉਹ ਸਰੋਵਰ ਨੂੰ ਦੇਖ ਕੇ ਮਹਾਰਾਜ ਕਹਿੰਦੇ ਅੱਜ ਇਸ਼ਨਾਨ ਕਰ ਲਈਏ, ਸਰੀਰ ਨੂੰ ਥੋੜ੍ਹਾ ਉਜਲਾ ਕਰ ਲਈਏ। ਤਾਂ ਇੱਦਾਂ ਕਹਿੰਦਿਆਂ ਹੋਇਆਂ ਸਤਿਗੁਰੂ ਜੀ ਸਰੋਵਰ ਵਿੱਚ ਵੜ ਗਏ। ਚਉ ਪਈ ਰਿਖ ਤੇ ਸਮੇਂ ਤਹਾਂ ਚੱਲ ਆਇਓ। ਉਹਨੇ ਚਿਰ ਨੂੰ ਰਿਖੀ ਮੁਨੀ ਜਿਹੜਾ ਸੀ ਉਹ ਵੀ ਆ ਗਿਆ। ਉਹਨੂੰ ਪਤਾ ਲੱਗਾ ਪਾਣੀ ਦੀ ਜਿਹੜੀ ਛਕ ਹੈ ਆਵਾਜ਼ ਸੁਣੀ ਹੈ। ਪਹਿਲਾਂ ਤਾਂ ਲੱਗਾ ਕੋਈ ਜਾਨਵਰ ਹੋਏਗਾ, ਕਿਉਂਕਿ ਨੇੜੇ ਉਹਦੀ ਕੁਟੀਆ ਸੀ। ਜਦੋਂ ਬਾਹਰ ਆ ਕੇ ਦੇਖਿਆ ਵੀ ਕੋਈ ਆਦਮੀ ਖੜ੍ਹੇ ਆ 2-3, ਇਹ ਦੇਖ ਕੇ ਉਹ ਨੇੜੇ ਆ ਗਿਆ ਹੈ। ਤੇ ਕੀ ਕਹਿੰਦਾ, ਦੇਖੇ ਮੱਜਤ ਬਚਨ ਅਲਾਇਓ। ਨਹਾਉਂਦਿਆਂ ਹੋਇਆਂ ਦੇਖ ਕੇ ਤੇ ਕਹਿਣ ਲੱਗਾ, ਮਸ਼ਕਰੀ ਜੀ ਕੀਤੀ ਉਹਨੇ, ਆਪਣੇ ਆਪ ਵਿੱਚ ਗਿਆਤਾ ਬਣਿਆ ਸੀ ਨਾ, ਉਹਨੂੰ ਕੀ ਪਤਾ ਸੀ ਵੀ ਇਹ ਤੇ ਦੀਨ ਦੁਨੀਆ ਦੇ ਵਾਲੀ ਹੈ। ਕਹਿਣ ਲੱਗਾ ਆ ਕੇ ਮਨ ਸਮੇਰ ਜਿਉਂ ਥਿਰ ਲਿਵ ਲੱਗਾ। ਕਹਿਣ ਲੱਗਾ ਵੀ ਜਿਹੜਾ ਕੋਈ ਸਾਧੂ ਹੋਏ, ਗੁਰਮੁਖ ਹੋਏ, ਜਿਹਦਾ ਮਨ ਟਿਕਿਆ ਹੋਵੇ ਸਮੇਰ ਪਰਬਤ ਦੇ ਵਾਂਗ, ਜਿਹਦਾ ਮਨ ਟਿਕਿਆ ਹੋਏ ਭਲਾ ਉਹਨੂੰ ਤੇ ਇਸ਼ਨਾਨ ਕੀ ਰਹਿਤ ਨਾ ਕਾਂਖੀ। ਉਹਨੂੰ ਭਲਾ ਨਹਾਉਣ ਦੀ ਕੀ ਲੋੜ ਹੈ। ਜਿਹਦਾ ਮਨ ਸਾਫ਼ ਹੈ, ਜਿਹਦੇ ਮਨ ਵਿੱਚ ਕੋਈ ਮਲੀਨਤਾ ਨਹੀਂ ਹੈ, ਉਹਨੂੰ ਭਲਾ ਨਹਾਉਣ ਦੀ ਕੀ ਲੋੜ ਹੈ। ਇਹ ਜਦੋਂ ਉਹਨੇ ਸਤਿਗੁਰਾਂ ਨੂੰ ਬਚਨ ਕੀਤਾ ਉਹ ਰਿਖੀ ਨੇ, ਕਿਉਂਕਿ ਉਹ ਨਹਾਉਣ ਤੋਂ ਪਰਹੇਜ਼ ਕਰਦਾ ਹੋਵੇਗਾ ਸ਼ਾਇਦ ਤਾਂ ਹੀ ਕਿਹਾ ਹੈ, ਕਿਉਂਕਿ ਮਨੁੱਖ ਮਨ ਤੋਂ ਹੀ ਬੋਲਦਾ ਜਦੋਂ ਬੋਲਦਾ ਹੈ। ਜਿਹੜੀ ਚੀਜ਼ ਆਪ ਨਹੀਂ ਕਰਦਾ ਉਹੀ ਵਿਚਾਰ ਲੋਕਾਂ ਨੂੰ ਸੁਣਾਵੇਗਾ, ਉਹ ਸਿੱਖਿਆ ਲੋਕਾਂ ਨੂੰ ਦੇਵੇਗਾ। ਜੇ ਆਪ ਨਹੀਂ ਸਿੱਖੀ ਧਾਰਨਾ ਚਾਹੁੰਦਾ ਤਾਂ ਲੋਕਾਂ ਨੂੰ ਵੀ ਕਹੇਗਾ ਮਨ ਸਾਫ਼ ਹੋਣਾ ਚਾਹੀਦਾ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਉਹਨੇ ਵੀ ਉਹ ਗੱਲ ਕਹਿ ਦਿੱਤੀ। ਕਹਿਣ ਲੱਗਾ ਮਨ ਸਾਫ਼ ਹੋਵੇ ਤੇ ਫਿਰ ਭਲਾ ਨਹਾਉਣ ਦੀ ਕੀ ਲੋੜ, ਜਾਂ ਤੇ ਪਰੇ ਨਾ ਸਾਧਨ ਕੋਈ। ਕਹਿਣ ਲੱਗਾ ਜੇ ਮਨ ਸਾਫ਼ ਹੋਏ ਇਸ ਤੋਂ ਵੱਡਾ ਹੋਰ ਕਿਹੜਾ ਸਾਧਨ ਹੋ ਸਕਦਾ ਹੈ, ਤੇ ਇਸ ਤੋਂ ਪਰੇ ਤੇ ਕੋਈ ਸਾਧਕ ਵੀ ਨਹੀਂ ਹੋ ਸਕਦਾ ਕਿ ਜੋ ਆਪਣੇ ਮਨ ਨੂੰ ਸਾਫ਼ ਕਰ ਲਏ। ਸਰੀਰ ਨੂੰ ਤੇ ਧੋਤਾ ਜਾ ਸਕਦਾ ਹੈ, ਪਰ ਮਨ ਨੂੰ ਤੇ ਨਹੀਂ ਨਾ ਧੋਤਾ ਜਾ ਸਕਦਾ। ਜਿਹਦਾ ਮਨ ਹੀ ਸਾਫ਼ ਹੋ ਗਿਆ ਉਹਨੂੰ ਸਰੀਰ ਧੋਣੇ ਦੀ ਕੀ ਲੋੜ ਹੈ। ਇਹ ਜਦੋਂ ਉਹਨੇ ਬਚਨ ਕੀਤੇ, ਭਾਖੋ ਸੰਤ ਨਾਮ ਨਿਜ ਜੋਈ। ਕਹਿਣ ਲੱਗਾ ਇਹ ਸੰਤ ਜਨੋ ਕੌਣ ਹੋ ਤੁਸੀਂ, ਬੜੇ ਅਚਰਜ ਜਿਹੇ ਲੱਗਦੇ ਹੋ, ਕਦੇ ਪਹਿਲਾਂ ਤੇ ਨਹੀਂ ਦੇਖੇ ਹੋ। ਕੀ ਨਾਮ ਹੈ ਤੁਹਾਡਾ। ਨਾਮ ਪੁੱਛਿਆ ਜਦੋਂ, ਸੁਣ ਕਰ ਬੋਲੇ ਮਇਆ ਨਿਧਾਨਾ। ਸੁਣ ਕਰਕੇ ਫਿਰ ਉਹਦੀ ਜੋ ਉਹਨੇ ਕਾਵ ਬੰਦ ਕਰਕੇ ਜੋ ਬਚਨ ਕੀਤਾ ਸੀ ਨਾ, ਉਹਨੂੰ ਵੀ ਸਤਿਗੁਰੂ ਅਲੰਕਾਰ ਤੌਰ 'ਤੇ ਸਮਝਾਉਂਦੇ ਹੈ। ਮਇਆ ਨਿਧਾਨਾ ਕਿਰਪਾ ਦੇ ਕਰ ਸਤਿਗੁਰੂ। ਮੁਖਾਰ ਬਿਨ ਤੋਂ ਬੋਲੇ ਧਨ ਰਿਖੀ ਤੁਮ ਪਰਮ ਸੁਜਾਨਾ। ਐ ਰਿਖੀ ਜਨ, ਐ ਜੋਗੀ, ਐ ਰਿਸ਼ੀ ਮੁਨੀ ਤੂੰ ਧਨ ਹੈ। ਕਿਉਂ ਧਨ ਹੈ ਸੁਣ, ਏਕ ਓਂਕਾਰ ਚਰਨ ਸਰ ਜੋ ਹੈ। ਕਿ ਜੋ ਇੱਕ ਓਂਕਾਰ
ਭਾਵ ਇੱਕ ਓੰਕਾਰ ਵਾਹਿਗੁਰੂ। ਜੋ ਇੱਕ ਓੰਕਾਰ ਦੇ ਵਿੱਚ ਜਿਹਦਾ ਚਿੱਤ ਲੱਗਾ ਹੋਇਆ ਹੈ ਨਾ, ਇੱਕ ਓੰਕਾਰ ਤੋਂ ਭਾਵ ਹੈ ਸਭਨਾਂ ਦਾ ਪ੍ਰਕਾਸ਼ਕ, ਸਾਰਿਆਂ ਨੂੰ ਜਨਮ ਦੇਣ ਵਾਲਾ, ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲਾ, ਸਾਰੇ ਸਰੀਰਾਂ ਨੂੰ ਨਾਸ਼ ਕਰਨ ਵਾਲਾ, ਉਹ ਇੱਕ ਓੰਕਾਰ ਹੈ। ਕਹਿਣ ਲੱਗੇ ਜਿਹਦਾ ਇੱਕ ਓੰਕਾਰ ਰੂਪੀ ਸਰੋਵਰ ਵਿੱਚ ਮਨ ਜਿਹੜਾ ਡੁਬਕੀ ਲਗਾ ਗਿਆ ਹੈ, ਜਿਹਦਾ ਮਨ ਹੁਣ ਇੱਕ ਓੰਕਾਰ ਵਿੱਚ ਸਮਾ ਗਿਆ, ਦੇਹ ਕੋ ਲਖੇ ਮੀਨ ਮਨ ਮੋਹ ਹੈ। ਸਤਿਗੁਰੂ ਕਹਿਣ ਲੱਗੇ ਉਹ ਐਸਾ ਸਰੋਵਰ ਜਿਹੜਾ ਇੱਕ ਓੰਕਾਰ ਹੈ ਨਾ, ਮੈਂ ਉਸ ਪ੍ਰਭੂ ਦੇ ਸਰੋਵਰ ਦੀ ਮਛਲੀ ਹਾਂ ਅਤੇ ਉਸ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ ਹੈ, ਅਤੇ ਇਸੇ ਤਰ੍ਹਾਂ ਅਸੀਂ ਨਾਮ ਤੋਂ ਬਿਨਾਂ, ਪ੍ਰਭੂ ਤੋਂ ਬਿਨਾਂ ਨਹੀਂ ਰਹਿ ਸਕਦੇ। ਦੋਹਰਾ ਤੇਹ ਬਿਸ਼ਰਨ ਤੇ ਤਰਫ ਕੈ, ਨਾਨਕ ਮਰੈ ਪਛਾਨ। ਹੁਣ ਸਤਿਗੁਰੂ ਆਪਣਾ ਨਾਮ ਦੱਸਦੇ ਹੈ। ਕਹਿ ਲੱਗੇ ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਅਸੀਂ ਤੜਫ ਤੜਫ ਕੇ ਮਰ ਜਾਂਦੇ ਹਾਂ। ਜਦੋਂ ਮੱਛੀ ਪਾਣੀ 'ਚੋਂ ਬਾਹਰ ਕੱਢੀ ਦੀ ਹੈ, ਵਿਚਾਰੀ ਤੜਫ ਤੜਫ ਕੇ ਮਰ ਜਾਂਦੀ ਹੈ, ਪਰ ਪਾਣੀ ਨੂੰ ਨਹੀਂ ਛੱਡਦੀ ਹੈ। ਜਿਹੜਾ ਕੋਈ ਮੱਛੀ ਖਾਂਦਾ ਵੀ ਹੈ, ਉਹ ਫਿਰ ਉਹਨੂੰ ਵੀ ਪਿਆਸ ਲਗਾਉਂਦੀ ਹੈ, ਫਿਰ ਉਹ ਵੀ ਪਾਣੀ ਪੀ ਪੀ ਕੇ ਕੁੰਬਲ ਜਾਂਦਾ ਹੈ। ਤੋ ਕਹਿਣ ਤੋਂ ਮੁਰਾਦ ਹੈ, ਸਤਿਗੁਰੂ ਕਹਿਣ ਲੱਗੇ ਅਸੀਂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਤੜਫ ਤੜਫ ਕੇ ਮਰ ਜਾਵਾਂਗੇ। ਆਖਾ ਜੀਵਾ ਵਿਸਰੈ ਮਰ ਜਾਓ, ਉਹਦੇ ਨਾਮ ਤੋਂ ਬਿਨਾਂ ਸਾਡੀ ਮੌਤ ਹੈ। ਅਤੇ ਨਾਮ ਸਤਿਗੁਰਾਂ ਨੇ ਆਪਣਾ ਦੱਸ ਦਿੱਤਾ ਕਿ ਸਾਡਾ ਨਾਮ ਨਾਨਕ ਹੈ। ਤੇਹ ਤਰੰਗ ਮੈਂ ਰਹਿਣ ਦਿਨ, ਕੇਲ ਕਰੈ ਸੁਖ ਮਾਨ। ਉਸ ਪ੍ਰਭੂ ਦੇ ਨਾਮ ਰੂਪੀ ਸਰੋਵਰ ਦੀਆਂ ਤਰੰਗਾਂ ਵਿੱਚ ਅਸੀਂ ਨਿਤਾ ਪ੍ਰਤੀ ਖੇਲਦੇ ਹਾਂ, ਨਾਮ ਦੇ ਆਨੰਦ ਨੂੰ ਮਾਣਦੇ ਹਾਂ, ਅਤੇ ਨਾਮ ਦੇ ਆਨੰਦ ਨੂੰ ਮਾਣਦੇ ਹੋਏ ਅਸੀਂ ਖੁਸ਼ੀ ਵਿੱਚ ਹਮੇਸ਼ਾ ਹੀ ਆਨੰਦ ਵਿੱਚ ਟਿਕੇ ਰਹਿੰਦੇ ਹਾਂ। ਐਸੀ ਸੁੱਖਾਂ ਦੀ ਮਣੀ ਨੂੰ ਅਸੀਂ ਪ੍ਰਾਪਤ ਕੀਤਾ। ਨੌ ਦਰ ਸਰਵੈ ਸਦਾ ਹੀ ਆਤਮ ਮਲੀਨਤਾ ਹੋਏ। ਸਤਿਗੁਰੂ ਕਹਿਣ ਲੱਗੇ ਜਿਹੜੇ 9 ਦੁਆਰੇ ਆ ਨਾ, 9 ਗੋਲਕਾਂ ਨੇ ਸਾਡੇ ਸਰੀਰ ਦੀਆਂ, 2 ਨੇਤਰ, 2 ਨੱਕ ਦੀਆਂ ਜੋ ਮੋਰੀਆਂ ਨੇ, ਫਿਰ ਮੁੱਖ, ਫਿਰ 2 ਕੰਨ ਦੀਆਂ ਮੋਰੀਆਂ, ਫਿਰ ਗੁਪਤ ਇੰਦਰੇ, ਤਾਂ ਇਸ ਆਦਿ ਇਹ ਸਾਰੀਆਂ ਸਾਡੀਆਂ 9 ਗੋਲਕਾਂ, ਇਹ ਸਭ ਸਮੇਂ ਮੁਤਾਬਕ ਮਲੀਨ ਹੋ ਜਾਂਦੀਆਂ ਨੇ। ਅੱਜ ਮਨੁੱਖ ਨੇ ਇਸ਼ਨਾਨ ਕੀਤਾ ਹੈ, ਕੱਲ੍ਹ ਨੂੰ ਨਾ ਕਰੇ ਬਦਬੂ ਆਵੇਗੀ। ਸੋ ਮਲੀਨਤਾ ਜਿਹੜੀ ਹੈ ਸਰੀਰ ਵਿੱਚ ਆ ਜਾਂਦੀ ਹੈ। ਇਹ 9ਵੇਂ ਦੁਆਰੇ ਜਿਹੜੇ ਆ ਮੈਲ ਨਾਲ ਭਰੇ ਹੋਏ ਹੈ। ਜੇ ਇਹਨੂੰ ਸਾਫ਼ ਨਾ ਕੀਤਾ ਜਾਏ, ਇਸ਼ਨਾਨ ਨਾ ਕੀਤਾ ਜਾਏ, ਤਾਂ ਇਹਦੇ ਵਿੱਚ ਗੰਦਗੀ ਆ ਜਾਏਗੀ। ਸਤਿਗੁਰੂ ਕਹਿਣ ਲੱਗੇ ਇਸ ਕਰਕੇ ਇਹ ਜਿਹੜੀ ਮਲੀਨਤਾ ਸ਼ੁੱਧ ਹੋਤ ਜਲ ਕੇ ਮਿਲੇ, ਉਚਿਤ ਇਸ਼ਨਾਨ ਨਹੀਂ ਹੋਏ। ਇਸ ਕਰਕੇ ਇਸ਼ਨਾਨ ਕਰਨਾ ਹਮੇਸ਼ਾ ਲਾਜ਼ਮੀ ਹੈ। ਇਸ਼ਨਾਨ ਤੋਂ ਬਿਨਾਂ ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੁਖੇਹ। ਜਦੋਂ ਸਰੀਰ ਨੂੰ ਮਿੱਟੀ ਲੱਗ ਜਾਂਦੀ ਹੈ ਅਤੇ ਆਪਾਂ ਪਾਣੀ ਨਾਲ ਸਾਫ਼ ਕਰਦੇ ਹਾਂ, ਪਰ ਇਹ ਤਾਂ ਨਹੀਂ ਆ ਵੀ ਜੇ ਸਰੀਰ ਨੂੰ ਮਿੱਟੀ ਨਹੀਂ ਲੱਗਦੀ ਤਾਂ ਖੌਰੇ ਉੱਦਾਂ ਹੀ ਸਾਫ਼ ਰਹਿੰਦਾ ਹੈ। ਸਰੀਰ ਦੇ ਵਿੱਚ ਆਪਣੇ ਆਪ ਮੈਲ ਭਰ ਜਾਂਦੀ ਹੈ, ਉਹਨੂੰ ਫਿਰ ਸਾਫ਼ ਕਰਨ ਵਾਸਤੇ ਪਾਣੀ ਦੀ ਲਾਜ਼ਮੀ ਜ਼ਰੂਰਤ ਹੈ। ਸਤਿਗੁਰੂ ਕਹਿਣ ਲੱਗੇ ਪਾਣੀ ਤੋਂ ਬਿਨਾਂ ਇਹ ਸਾਫ਼ ਨਹੀਂ ਹੋ ਸਕਦਾ। ਚੌਪਈ ਨਾਨਕ ਨਾਮ ਸੁਣਿਓ ਰਿਖ ਜਬ ਹੀ। ਜਦੋਂ ਉਹਨੇ ਨਾਨਕ ਨਾਮ ਸੁਣਿਆ ਨਾ, ਫਿਰ ਤੇ ਹੁਣ ਦੰਗ ਰਹਿ ਗਿਆ। ਕਹਿੰਦਾ ਮੈਂ ਕੀ ਭੁੱਲ ਕਰ ਬੈਠਾ, ਮੈਂ ਇਹੋ ਜਿਹੇ ਮੂਰਖਾਂ ਵਾਲੇ ਬਚਨ ਕੀਤੇ ਹੈ ਗੁਰੂ ਨਾਨਕ ਦੇਵ ਜੀ ਨਾਲ। ਕਿਉਂਕਿ ਪਹਿਲਾਂ ਉਹਨੂੰ ਪਤਾ ਸੀ, ਉਹਨੂੰ ਪਤਾ ਨਹੀਂ ਸੀ ਨਾ ਉਹਦੇ ਜੀਤ ਵੀ ਕੋਈ ਐਵੇਂ ਹੀ ਆਮ ਆਦਮੀ ਆ ਗਿਆ ਖੌਰੇ ਇਸ਼ਨਾਨ ਕਰਨ ਵਾਸਤੇ। ਜਦੋਂ ਨਾਨਕ ਨਾਮ ਸੁਣਿਆ ਫਿਰ ਤੇ ਹੈਰਾਨ ਹੋਇਆ। ਬੰਧਨ ਕਰੀ ਬੰਦ ਕਰ ਤਬ ਹੀ। ਫਿਰ ਤਾਂ ਹੱਥ ਜੋੜ ਕੇ ਮੱਥੇ ਟੇਕਣ ਲੱਗਾ ਸਤਿਗੁਰਾਂ ਨੂੰ। ਕਹਿਣ ਲੱਗਿਓ ਕੀਨੀ ਬਹੁ ਦਇਆ। ਮਹਾਰਾਜ ਜੀ ਤੁਸੀਂ ਬੜੀ ਦਇਆ ਕੀਤੀ ਹੈ ਮੇਰੇ 'ਤੇ। ਹੁਣ ਤਾਂ ਆਪ ਦੀ ਗਲਤੀ ਨੂੰ ਸੁਧਾਰਨ ਦਾ ਮੌਕਾ ਸਮਝ ਕੇ ਲੱਗ ਪਿਆ ਖੁਸ਼ਾਮ ਦਾ ਕਰਨ। ਕਹਿਣ ਲੱਗਾ ਬੜੀ ਦਇਆ ਕੀਤੀ ਹੈ ਇਹ ਮਹਾਂਪੁਰਸ਼ੋ, ਇਹ ਸਤਿਗੁਰੂ, ਬੜੀ ਕਿਰਪਾ ਕੀਤੀ ਤੁਸੀਂ। ਤੁਮ ਹਰ ਰੂਪ ਦਰਸ ਮੁਝ ਦਇਆ। ਤੁਸੀਂ ਹਰੀ ਰੂਪ ਹੋ, ਵਾਹਿਗੁਰੂ ਦਾ ਰੂਪ ਹੋ, ਮੇਰੇ 'ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤਾ। ਹਉ ਅਣਜਾਨ ਨਾ ਪੂਰਬ ਜਾਣਿਓ। ਮੈਂ ਅਣਜਾਨ ਹਾਂ, ਪਹਿਲਾਂ ਤੁਹਾਨੂੰ ਸਮਝ ਨਾ ਸਕਿਆ। ਐਵੇਂ ਆਪ ਦੀਆਂ ਮਨ ਦੀਆਂ ਗੱਲਾਂ ਮੈਂ ਕੁਮਲਾ ਕੇ ਕਰਦਾ ਰਿਹਾ, ਤੁਹਾਨੂੰ ਸਮਝ ਨਾ ਸਕਿਆ। ਹੁਣ ਤੁਸੀਂ ਆਪਣਾ ਨਾਮ ਦੱਸਿਆ ਮਹਾਰਾਜ ਜੀ, ਹੁਣ ਮੇਰੀ ਭੁੱਲ ਬਖਸ਼ ਲਓ ਕਿਰਪਾ ਕਰਕੇ। ਅਬ ਜਾਣਿਓ ਜਬ ਨਾਮ ਬਖਾਨਿਓ। ਹੁਣ ਮੈਂ ਜਾਣਿਆ ਤੁਹਾਨੂੰ
ਜਦੋਂ ਤੁਸੀਂ ਨਾਮ ਆਖਿਆ, ਨਾਮ ਤਾਂ ਤੁਹਾਡਾ ਸੁਣਿਆ ਸੀ ਪਰ ਦੇਖਿਆ ਨਹੀਂ ਸੀ ਨਾ, ਗੱਲ ਤੇ ਇੱਥੇ ਆ ਕੇ ਅੜ ਗਈ। ਜੇ ਦੇਖਿਆ ਹੁੰਦਾ ਤੇ ਮੈਂ ਇਹੋ ਜਿਹੇ ਲਫ਼ਜ਼ ਕਰਦਾ ਹੀ ਨਾ ਤੁਹਾਡੇ ਅੱਗੇ ਪੇਸ਼। ਮੈਂ ਤੇ ਸੋਚਿਆ ਕੋਈ ਆਮ ਆਦਮੀ ਹੈ, ਇਸ ਕਰਕੇ ਮੇਰੀ ਗਲਤੀ ਨੂੰ ਤੁਸੀਂ ਬਖਸ਼ ਦਵੋ। ਕਲੀ ਕਾਲ ਮਤ ਮੰਦ ਲਖੇ ਨਰ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਕਲਯੁਗ ਦੇ ਮਨੁੱਖਾਂ ਤੇ ਦਇਆ ਕੀਤੀ ਹੈ, ਕਿਉਂਕਿ ਕਲਯੁਗ ਅੰਦਰ ਮਨੁੱਖਾਂ ਦੀ ਹਾਲਤ ਬੜੀ ਭਿਆਨਕ ਹੈ, ਬੜੀ ਹੀ ਵਿਆਕੁਲ ਹੈ, ਦੁਖਦਾਈ ਹੈ। ਉਹਨਾਂ ਉੱਪਰ ਤੁਸੀਂ ਮਿਹਰਾਮਤ ਕੀਤੀ, ਦਇਆ ਕੀਤੀ ਹੈ। ਤੋ ਆਪ ਜੀ ਨੇ ਸਤਿਗੁਰੂ ਜੀਵਾਂ ਤੇ ਤਰਸ ਕਰਕੇ ਜਾਂ ਤੇ ਹਰ ਅਵਤਾਰ ਧਰਾ ਧਰ, ਇਸ ਕਰਕੇ ਆਪ ਜੀ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਜੀ ਖੁਦ ਹੀ ਸੰਸਾਰ ਦੀ ਭਲੀ ਕਰਨ ਵਾਸਤੇ ਸਰਵਣ ਸਰੂਪ ਧਾਰ ਕੇ ਸ੍ਰਿਸ਼ਟੀ ਦੀ ਕਲਿਆਣ ਕਰਨ ਹਿਤ ਆ ਗਏ ਹੋ। ਇਸ ਕਰਕੇ ਮਹਾਰਾਜ ਜੀ ਆਪ ਜੀ ਦਾ ਤਾਂ ਕੋਟਾਨ ਕੋਟ ਸ਼ੁਕਰ ਹੈ, ਜੋ ਮੇਰੇ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ ਹੈ, ਮੇਰੇ ਤੇ ਰਹਿਮਤ ਕੀਤੀ। ਸੁਨ ਸਪਰੇਮ ਹੈ ਗਦ ਗਦ ਬਾਣੀ। ਤੇ ਉਹ ਮੁਨੀ ਜਿਹੜਾ ਹੈ ਨਾ, ਮਨ ਸਪਰੇਮ ਹੋਇਆ ਗਦ ਗਦ ਬਾਣੀ। ਹੁਣ ਮੁਨੀ, ਕਈ ਵਾਰੀ ਮਨੁੱਖ ਅਲਪ ਬੁੱਧੀ ਕਰਕੇ ਕੁਝ ਨਾ ਕੁਝ ਬੋਲ ਦਿੰਦਾ ਹੈ, ਪਰ ਮੁੜ ਕੇ ਜਦੋਂ ਜਿਹੜੀ ਆਤਮਾ ਦੀ ਆਵਾਜ਼ ਆਉਂਦੀ ਹੈ, ਉਹ ਫਿਰ ਉਸ ਮਲੀਨਤਾ ਨੂੰ ਉਜਵਲ ਕਰ ਦਿੰਦੀ ਹੈ। ਕਈ ਵਾਰੀ ਮਨੁੱਖ ਦੇ ਮਨ ਅੰਦਰ ਵਿਕਾਰ ਆ ਜਾਂਦਾ। ਵਿਕਾਰ ਦਾ ਮਤਲਬ ਹੈ ਬਦਲਾਅ ਹੋਣਾ, ਬਿਰਤੀ ਭੰਗ ਹੋ ਜਾਣੀ, ਬਦਲਾਅ ਆ ਜਾਣਾ। ਚੰਗਾ ਭਲਾ ਹੱਸ ਖੇਡ ਰਿਹਾ ਸੀ, ਸੁਭਾਅ ਬਦਲ ਗਿਆ ਸਾਰਾ ਹੀ, ਵਿਕਾਰੀ ਹੋ ਗਿਆ ਮਨ। ਮਨ ਦੀ ਹੁਣ ਉਤੇਜਨਾ ਵੱਧ ਗਈ ਹੈ, ਭਟਕ ਗਿਆ ਹੈ। ਵਿਕਾਰ ਦਾ ਮਤਲਬ ਹੈ ਉਲਟ ਜਾਣਾ, ਪਾਸਾ ਪਲਟ ਜਾਣਾ, ਆਪ ਦਾ ਰਾਹ ਵਿੱਚੋਂ ਉਸਰ ਜਾਣਾ। ਤਾਂ ਕਹਿੰਦੇ ਹੈ ਮਹਾਰਾਜ, ਹੁਣ ਮੇਰੇ ਤੇ ਬੜੀ ਤੁਸੀਂ ਕਿਰਪਾ ਕੀਤੀ। ਹੁਣ ਜਿਹੜੀ ਆਤਮਾ ਦੀ ਆਵਾਜ਼ ਹੈ, ਉਹ ਹੁਣ ਨਿਖਰ ਕੇ ਬਾਹਰ ਆ ਗਈ ਹੈ, ਕਿਉਂਕਿ ਸ਼ਰਧਾ ਓਨਾ ਚਿਰ ਨਹੀਂ ਆਉਂਦੀ ਹੈ ਜਿੰਨਾ ਚਿਰ ਗੁਣ ਨਾ ਦਿਸਣ। ਜਦੋਂ ਗੁਣ ਦਿਸਦੇ ਹੋਣ, ਸ਼ਰਧਾ ਆਪਣੇ ਆਪ ਆ ਜਾਂਦੀ ਹੈ। ਪਰ ਸ਼ਰਧਾ ਅਸੀਂ ਤਾਈਓ ਨਹੀਂ ਧਾਰਦੇ ਕਿਉਂਕਿ ਗੁਰੂ ਦੇ ਗੁਣ ਦੇਖਣੇ ਹਰ ਕਿਸੇ ਦੀ ਅੱਖ ਨਹੀਂ ਹੈ। ਜਿਹਨੇ ਗੁਣਾਂ ਨੂੰ ਸਮਝਿਆ ਵੀ ਗੁਣ ਹੈ ਕਿ ਪਹਿਲਾਂ ਤਾਂ ਗੁਣਾਂ ਨੂੰ ਸਮਝਣਾ ਹੈ। ਸਾਨੂੰ ਤਾਂ ਸਿਰਫ ਉਹੀ ਗੁਣੀ ਗਿਆਨੀ ਲੱਗਦੇ ਹੈ ਜਿਨ੍ਹਾਂ ਨੇ ਬਹੁਤਾ ਧਨ ਇਕੱਤਰ ਕੀਤਾ, ਜਿਨ੍ਹਾਂ ਨੇ ਬਹੁਤੀ ਮਾਇਆ ਵਿੱਚ ਭੱਜ ਦੌੜ ਲਗਾਈ। ਸਾਡੀ ਨਿਗਾਹ ਵਿੱਚ ਤਾਂ ਉਹ ਹੀ ਗੁਣੀ ਹੈ, ਸਾਡੀ ਨਿਗਾਹ ਵਿੱਚ ਤਾਂ ਉਹਨਾਂ ਦਾ ਜੀਵਨ ਹੈ, ਉਹਨਾਂ ਦੀ ਅਸੀਂ ਕਹਿੰਦੇ ਜ਼ਿੰਦਗੀ ਬਣੀ ਹੈ। ਬਾਕੀ ਤਾਂ ਸਭ ਉੱਦਾਂ ਹੀ ਤੁਰੇ ਫਿਰਦੇ, ਕਿਉਂਕਿ ਸਾਡੀ ਨਿਗਾਹ ਵਿੱਚ ਤਾਂ ਇਹੋ ਹੀ ਹੈ ਨਾ। ਤਾਂ ਉਹ ਜਿਹੜਾ ਰਿਖੀ ਮੁਨੀ ਸੀ, ਉਹਦੇ ਹਿਰਦੇ ਵਿੱਚ ਪ੍ਰੇਮ ਸੀ, ਪ੍ਰੇਮ ਕਰਕੇ ਉਹਦੀ ਬਾਣੀ ਗਦ ਗਦ ਹੋਈ। ਜਾਨੀ ਸਫਲੇ ਦੇਹ ਮਹਾਨੀ, ਉਹਨੇ ਆਪਦੀ ਦੇਹ ਜਿਹੜੀ ਹੈ ਨਾ ਸਫਲੀ ਜਾਣੀ ਹੈ। ਸੋ ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹ ਰਿਖੀ ਨੂੰ ਉਪਦੇਸ਼ ਕਰਨਗੇ, ਉਹ ਵਿਚਾਰਾਂ ਆਪਾਂ ਅਗਲੇ ਦੀਵਾਨਾਂ ਅੰਦਰ ਸੁਣਾਂਗੇ। ਤੁਸ਼ ਬੁੱਧੀ ਨਾਲ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਸੋ ਰਾਗੀ ਸਾਹਿਬਾਨ ਆਪ ਜੀ ਨੂੰ ਕੀਰਤਨ ਸ਼੍ਰਵਣ ਕਰਾਉਣਗੇ। ਬੇਅੰਤ ਭੁੱਲਾਂ ਦੀ ਖਿਮਾ। ਆਓ ਜੀ ਅਖੀਰਲੀਆਂ ਪੰਕਤੀਆਂ ਪੜ੍ਹੀਏ, ਸਮਾਪਤੀ ਵਿੱਚ ਸਾਂਝ ਪਾਈਏ। ਮਨ ਸਪਰੇਮ ਹੋਵੈ ਗਦ ਗਦ ਬਾਣੀ, ਜਾਨੀ ਸਫਲੀ ਦੇਹ ਮਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।